ਸੋ ਅੱਜ ਦੇ ਲੈਸਨ 'ਚ ਆਪਾਂ ਗੱਲ ਕਰਾਂਗੇ ਕਿ ਆਪਾਂ ਫੋਰੈਕਸ ਨੂੰ ਟਰੇਡ ਕਿੱਦਾਂ ਕਰਦੇ ਹਾਂ। ਮਤਲਬ ਇਹਦੇ ਪਿੱਛੇ ਜਿਹੜਾ ਫੰਡਾਮੈਂਟਲ ਹੁੰਦਾ, ਕੀ ਇਹਦਾ ਰੀਜ਼ਨ ਹੁੰਦਾ ਆ, ਇਹਨੂੰ ਕਿੱਦਾਂ ਸਿੰਪਲ ਤਰੀਕੇ ਨਾਲ, ਜੇ ਇਸ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਸਕਦਾ ਆ। ਕਿਉਂਕਿ ਜਦੋਂ ਤੁਸੀਂ ਫੋਰੈਕਸ ਦੀ ਗੱਲ ਕਰਦੇ ਆ, ਜਾਂ ਇਸ ਨਾਟ ਅ ਫਿਜ਼ੀਕਲ ਕਰੰਸੀ, ਇਸ ਐਕਚੁਅਲੀ ਅ ਡਿਜੀਟਲ ਕਰੰਸੀ। ਜੇ ਦੇਖਿਆ ਜਾਵੇ ਤਾਂ ਉਹ ਇੱਕ ਨੰਬਰਾਂ ਦੇ ਨਾਲ ਹੀ ਅਸੀਂ ਡੀਲ ਕਰਦੇ ਹਾਂ, ਰਾਈਟ। ਤੋ ਇਹਦੇ ਜਿੱਦਾਂ ਸਪੈਸ਼ਲੀ ਜਿਹੜੀਆਂ ਕਰੰਸੀਜ਼ ਹੁੰਦੀਆਂ, ਜੇ ਮੈਂ ਤੁਹਾਨੂੰ ਇਹਦਾ ਕੰਪੈਰੀਜ਼ਨ ਸ਼ੇਅਰਾਂ ਦੇ ਨਾਲ ਕਰਾ ਕੇ ਦੇਖਾਂ, ਜਿਹੜੀ ਕਰੰਸੀ ਹੁੰਦੀ ਹੈ ਕਿਸੇ ਵੀ ਕੰਟਰੀ ਦੀ, ਉਹ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਵੀ ਕੰਟਰੀ ਦੀ ਇਕੋਨਮੀ ਅਤੇ ਉਸ ਕੰਟਰੀ ਦੀ ਪ੍ਰੋਗਰੈਸ ਦੇ ਨਾਲ ਰਿਲੇਟਡ ਹੁੰਦੀ ਆ। ਸੋ ਜਦੋਂ ਤੁਸੀਂ ਕੋਈ ਕਰੰਸੀ ਕਿਸੇ ਕੰਟਰੀ ਦੀ ਬਾਏ ਕਰਦੇ ਆ, ਇੱਕ ਤਰ੍ਹਾਂ ਨਾਲ ਤੁਸੀਂ ਉਸ ਕੰਟਰੀ ਦਾ ਸ਼ੇਅਰ ਬਾਏ ਕਰਦੇ ਆ। ਸੋ ਹੁਣ ਜੇ ਉਹ ਕੰਟਰੀ ਵਧੀਆ ਕੰਮ ਕਰੂਗੀ, ਉਹਦਾ ਸ਼ੇਅਰ ਉੱਪਰ ਜਾਊਗਾ ਪ੍ਰਾਈਸ। ਜੇ ਉਹ ਕੰਟਰੀ ਵਧੀਆ ਕੰਮ ਨਹੀਂ ਕਰੂਗੀ, ਪ੍ਰੋਗਰੈਸ ਨਹੀਂ ਕਰੂਗੀ, ਤੇ ਉਹਦੇ ਸ਼ੇਅਰ ਥੱਲੇ ਜਾਣੇ ਆ। ਸੋ ਫੋਰੈਕਸ ਮਾਰਕੀਟ ਐਗਜ਼ੈਕਟਲੀ ਸੇਮ ਕੰਮ ਕਰਦੀ ਆ। ਇਹਦੇ 'ਚ ਨੋ ਡਿਫਰੈਂਸ ਵਟਸੋ ਐਵਰ। ਇਹ ਵੀ ਕੰਟਰੀ ਵਧੀਆ ਪਰਫੋਰਮ ਕਰਦੀ ਆ ਤਾਂ ਉਹਦੀ ਵੈਲਿਊ ਵੱਧਦੀ ਆ, ਤੇ ਕੰਟਰੀ ਘਟੀਆ ਪਰਫੋਰਮ ਕਰਦੀ ਆ ਤਾਂ ਉਹਦੀ ਵੈਲਿਊ ਘਟਦੀ ਆ। ਮੇਨਲੀ ਤੁਸੀਂ ਬਹੁਤ ਸਾਰੀਆਂ ਦੁਨੀਆ ਦੀਆਂ ਕਰੰਸੀਆਂ ਦੇ ਵਿੱਚ ਇੱਦਾਂ ਟਰੇਡ ਕਰ ਸਕਦੇ ਆ, ਪਰ ਜਿਹੜੀਆਂ ਸਾਰਿਆਂ ਨਾਲੋਂ ਵੱਡੀਆਂ ਕਰੰਸੀਆਂ ਜਿਨ੍ਹਾਂ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਟਰੇਡ ਹੁੰਦਾ, US ਡਾਲਰ ਇਜ਼ ਟੌਪ 1, ਇੰਗਲੈਂਡ ਪਾਊਂਡ, ਯੂਰਪ, ਆਸਟ੍ਰੇਲੀਅਨ ਡਾਲਰ, ਸਵਿਸ ਫਰੈਂਕ, ਨਿਊਜ਼ੀਲੈਂਡ ਡਾਲਰ, ਜੈਪਨੀਜ਼ ਜੈਨ, ਕੈਨੇਡੀਅਨ ਡਾਲਰ। ਇਹ ਸਾਰਿਆਂ ਨਾਲੋਂ ਜ਼ਿਆਦਾ ਜਿਹੜੀਆਂ ਵੱਡੀਆਂ ਕਰੰਸੀਆਂ ਜਿਹੜੀਆਂ ਟਰੇਡ ਹੁੰਦੀਆਂ ਆ ਪਲੇਟਫਾਰਮਸ ਦੇ ਉੱਤੇ। ਸੋ ਜਦੋਂ ਵੀ ਤੁਸੀਂ ਆਪਣੀ ਸਟ੍ਰੈਟਜੀ ਬਣਾਉਣੀ ਆ, ਤੁਹਾਨੂੰ ਜਾਂ ਤੁਸੀਂ ਆਪਣੀ ਇਕੋਨਮੀ ਦੀ ਨੌਲੇਜ ਅੰਡਰਸਟੈਂਡ ਕਰਨੀ ਹੈ, ਜਾਂ ਆਪਣੀ ਇਕੋਨਮੀ ਦੀ ਨੌਲੇਜ ਅਪਡੇਟ ਕਰਨੀ ਆ, ਜ਼ਿਆਦਾ ਤੋਂ ਜ਼ਿਆਦਾ ਇਹਨਾਂ ਕੰਟਰੀਆਂ ਬਾਰੇ ਪੜ੍ਹਿਆ ਕਰੋ। ਜ਼ਿਆਦਾ ਤੋਂ ਜ਼ਿਆਦਾ ਯੂ ਕੈਨ ਇਨਕਲੂਡ ਚਾਈਨਾ ਆਲਸੋ ਐਜ਼ ਵੈਲ, ਪਰ ਚਾਈਨਾ ਦੀ ਜਿਹੜੀ ਕਰੰਸੀ ਆ ਉਹ ਟਰੇਡ ਨਹੀਂ ਹੁੰਦੀ ਇੰਨੀ ਜ਼ਿਆਦਾ ਪੋਪੂਲੈਰਿਟੀ ਦੇ ਨਾਲ। ਸੋ ਇਟਸ ਆਲ ਦ ਅਦਰ ਕਰੰਸੀਜ਼ ਜਿਹੜੀਆਂ ਵੀ ਮੈਂ ਤੁਹਾਨੂੰ ਦੱਸੀਆਂ, USD, ਯੂਰੋ, ਜਪਾਨ, GBP, CHF, ਕੈਨੇਡਾ, AUD, ਆਸਟ੍ਰੇਲੀਅਨ ਡਾਲਰ, NZD, ਨਿਊਜ਼ੀਲੈਂਡ ਡਾਲਰ। ਸੋ ਜਦੋਂ ਤੁਸੀਂ ਇਹਨਾਂ ਕੰਟਰੀਆਂ ਦੀਆਂ ਇਕੋਨਮੀਆਂ ਬਾਰੇ ਪੜ੍ਹਦੇ ਆ, ਤੇ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਦੀ ਕਰੰਸੀ ਦੇ ਵਿੱਚ ਕਿੱਦਾਂ ਫਲਕਚੁਏਸ਼ਨ ਆਉਂਦੀ ਆ, ਕੀ ਇਹਨਾਂ ਦੀ ਕੰਟਰੀਆਂ ਦੇ ਵਿੱਚ ਹੁੰਦਾ ਆ, ਤੇ ਉਹਦੇ ਨਾਲ ਕਰੰਸੀ ਮਾਰਕੀਟ 'ਤੇ ਕੀ ਅਸਰ ਪਊਗਾ। ਸੋ ਰਿਮੈਂਬਰ, ਫੰਡਾਮੈਂਟਲ ਇੱਕੋ ਹੀ ਆ। ਕੰਪਨੀ ਵਧੀਆ ਕੰਮ ਕਰੂਗੀ ਤਾਂ ਸ਼ੇਅਰ ਦੀ ਪ੍ਰਾਈਸ ਵਧੂਗੀ, ਜੇ ਕੰਪਨੀ ਵਧੀਆ ਕੰਮ ਨਹੀਂ ਕਰੂਗੀ ਤੇ ਸ਼ੇਅਰ ਦੀ ਪ੍ਰਾਈਸ ਘਟੂਗੀ। ਤੇ ਕਰੰਸੀਆਂ ਵੀ ਇੱਦਾਂ ਹੀ ਕੰਮ ਕਰਦੀਆਂ। ਸੋ ਨੋਰਮਲੀ ਜਿਹੜੇ ਆ ਕਰੰਸੀ ਜਿਹੜੀ ਹੁੰਦੀਆਂ ਆ, ਇਹਦੇ 3 ਲੈਟਰਾਂ ਦੇ ਫਾਰਮ ਕੀਤਾ ਹੁੰਦਾ, ਜਿੱਦਾਂ NZD ਨਿਊਜ਼ੀਲੈਂਡ ਡਾਲਰ, NZ ਰਿਪਰੈਜ਼ੈਂਟ ਨਿਊਜ਼ੀਲੈਂਡ, D ਰਿਪਰੈਜ਼ੈਂਟ ਡਾਲਰ, GBP ਗ੍ਰੇਟ ਬ੍ਰਿਟਨ ਪਾਊਂਡ, GBP ਗ੍ਰੇਟ ਬ੍ਰਿਟਨ ਪਾਊਂਡ, USD ਯੂਨਾਈਟਿਡ ਸਟੇਟਸ ਡਾਲਰ। ਸੋ ਪਹਿਲੇ 2 ਲੈਟਰ ਕੰਟਰੀ ਹੁੰਦੀ ਆ ਤੇ ਲਾਸਟ ਲੈਟਰ ਕਰੰਸੀ ਹੁੰਦੀ ਆ। ਸੋ ਦਿਸ ਇਜ਼ ਹਾਊ ਯੂ ਕੈਨ ਰਿਪਰੈਜ਼ੈਂਟ। ਸੋ ਜਿੱਦਾਂ ਵੀ ਮੈਂ ਪਹਿਲੀ ਵੀਡੀਓ 'ਚ ਦੱਸਿਆ ਕਿ ਜਿਹੜੀਆਂ ਕਰੰਸੀਜ਼ ਹੁੰਦੀਆਂ ਆ, ਇਹਨਾਂ ਨੂੰ ਪੇਅਰਸ ਦੇ ਵਿੱਚ ਟਰੇਡ ਕਰਦੇ ਆ। ਹਮੇਸ਼ਾ 2 ਕਰੰਸੀਆਂ ਇੱਕ ਦੂਜੇ ਦੇ ਅਪ ਹੁੰਦੀਆਂ, ਅਗੇਂਸਟ ਹੁੰਦੀਆਂ, ਕਿ ਇਹਨਾਂ ਨੂੰ ਜਦੋਂ ਆਪਾਂ ਟਰੇਡ ਕਰਨਾ ਹੈ, ਜਾਂ ਬਾਏ ਕਰਨਾ, ਜਾਂ ਸੈਲ ਕਰਨਾ ਆ। ਸੋ ਇਟ ਆਲਵੇਜ਼ ਹੈਵ ਟੂ ਬੀ 2 ਕਰੰਸੀਜ਼, ਰਾਈਟ। ਇਹਨਾਂ ਦੀਆਂ 3 ਕੈਟੇਗਰੀਜ਼ ਹੁੰਦੀਆਂ ਜਦੋਂ ਆਪਾਂ ਇਹਨਾਂ ਦੀਆਂ ਪੇਅਰਸ ਬਣਾਉਂਦੇ ਆ। ਇੱਕ ਕੈਟੇਗਰੀ ਨੂੰ ਕਹਿੰਦੇ ਮੇਜਰਸ, ਸੈਕਿੰਡ ਵਨ ਇਜ਼ ਕ੍ਰੋਸਿਸ, ਥਰਡ ਵਨ ਇਜ਼ ਐਗਜ਼ੋਟਿਕਸ। ਜਿਹੜੀ ਮੇਜਰ ਕਰੰਸੀ ਪੇਅਰ ਹੁੰਦੀ ਆ, ਉਹਦੇ ਵਿੱਚ ਹਮੇਸ਼ਾ US ਡਾਲਰ ਹੁੰਦਾ ਆ। ਸੋ ਜਿਹੜੀ ਵੀ ਚੀਜ਼ US ਡਾਲਰ ਨਾਲ ਸਟਾਰਟ ਹੁੰਦੀ ਆ, ਉਹਨੂੰ ਅਸੀਂ ਕਹਿੰਦੇ ਮੇਜਰ ਕਰੰਸੀ। ਸੋ ਜਿਹੜੀ ਕ੍ਰੋਸ ਹੁੰਦੀ ਆ, ਕ੍ਰੋਸ ਉਹ ਪੇਅਰ ਹੁੰਦੀ ਹੈ ਜਿਹਦੇ ਵਿੱਚ US ਡਾਲਰ ਨਹੀਂ ਹੁੰਦਾ। ਮੀਨਸ ਕੋਈ ਵੀ ਕਰੰਸੀ ਹੈ, ਜਿੱਦਾਂ GBP ਯੂਰੋ ਹੋ ਗਈ, GBP ਆਸਟ੍ਰੇਲੀਅਨ ਡਾਲਰ ਹੋ ਗਈ, ਜਾਂ GBP ਨਿਊਜ਼ੀਲੈਂਡ ਡਾਲਰ ਹੋ ਗਈ। ਸੋ ਉਹ ਸਾਰੀਆਂ ਜਿਹੜੀਆਂ ਹੁੰਦੀਆਂ ਕ੍ਰੋਸਿਸ ਹੁੰਦੀਆਂ ਆ। ਐਗਜ਼ੋਟਿਕਸ ਜਿਹੜੀ ਹੁੰਦੀ ਆ, ਐਗਜ਼ੋਟਿਕਸ ਹੁੰਦਾ ਜਿੱਥੇ ਇੱਕ ਮੇਜਰ ਕਰੰਸੀ ਹੁੰਦੀ ਆ US ਡਾਲਰ, ਤੇ ਦੂਜੀ ਜਿਹੜੀ ਹੁੰਦੀ ਆ ਮਰਜਿੰਗ ਇਕੋਨਮੀ, ਜਿਹੜੀ ਕੰਟਰੀਆਂ ਨਵੀਆਂ, ਨਾਟ ਨਵੀਆਂ, ਜਿਹੜੀਆਂ ਕੰਟਰੀਆਂ ਵੀਕ ਹੁੰਦੀਆਂ ਇਕੋਨਮੀ ਦੇ ਵਿੱਚ, ਛੋਟੀ ਕਰੰਸੀ ਹੁੰਦੀ ਆ, ਉਹ ਕੰਟਰੀਆਂ ਦੇ ਅਗੇਂਸਟ ਜਦੋਂ ਆਪਾਂ ਉਹਨੂੰ ਕਹਿੰਦੇ ਐਗਜ਼ੋਟਿਕ ਕਰੰਸੀਜ਼। ਹੁਣ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਰੰਸੀ ਪੇਅਰਾਂ ਦੀ, ਜਿੱਦਾਂ ਯੂਰੋ USD ਹੁੰਦਾ ਆ, ਉਹਨੂੰ ਅਸੀਂ ਸ਼ਾਰਟ ਦੇ ਵਿੱਚ ਕਹਿੰਦੇ ਯੂਰੋ ਡਾਲਰ। ਉਹਨੂੰ ਜਿੱਦਾਂ ਨੋਰਮਲ ਅਸੀਂ ਐਵਰੀ ਡੇ ਦੀ ਲੈਂਗੁਏਜ ਦੇ ਵਿੱਚ ਉਹਨੂੰ ਯੂਰੋ ਡਾਲਰ ਕਹਿੰਦੇ ਆ। ਜੇ USD JPY ਹੁੰਦਾ ਆ, ਜਪਾਨ ਤੇ ਯੂਨਾਈਟਿਡ ਸਟੇਟ ਦੀ ਜਿਹੜੀ ਕਰੰਸੀ ਹੁੰਦੀ ਆ, ਅਸੀਂ ਉਹਨੂੰ ਕਹਿੰਦੇ ਡਾਲਰ ਯੈਨ, ਡਾਲਰ ਯੈਨ। ਇੱਦਾਂ ਹੀ ਪਾਊਂਡ ਡਾਲਰ ਹੁੰਦਾ ਆ, ਜਿੱਦਾਂ GBP ਵਰਸਿਸ US ਡਾਲਰ, ਉਹਨੂੰ ਪਾਊਂਡ ਡਾਲਰ ਕਹੀਦਾ ਆ। USD ਵਰਸਿਸ CHF, ਉਹਨੂੰ ਕਹੀਦਾ ਡਾਲਰ ਸਵਿਸੀ। ਸੋ ਡਾਲਰ ਸਵਿਸੀ, ਉਹਨੂੰ ਸ਼ਾਰਟ ਦੇ ਟਰਮ ਦੇ ਵਿੱਚ ਗੀਕਸ ਯੂਜ਼ ਕਰਦੇ ਆ। ਇੱਦਾਂ ਹੀ 80 ਡਾਲਰ ਹੁੰਦਾ ਆ, ਜਾਂ ਕੀਵੀ ਡਾਲਰ ਹੁੰਦਾ ਆ। ਅਸੀਂ ਉਹ ਸਾਰੇ ਜਿੱਦਾਂ ਡਿਫਰੈਂਟ ਨੇਮ ਦਿੱਤੇ ਹੁੰਦੇ, ਪਰ ਦੀਜ਼ ਆਰ ਦ ਨੋਨ ਜਿਹੜੇ ਨੇਮਸ ਹੁੰਦੇ ਆ ਆਲ ਅਰਾਊਂਡ ਦ ਵਰਲਡ, ਐਨੀਬਡੀ ਕੈਨ ਅੰਡਰਸਟੈਂਡ, ਜਿਹੜੇ ਲੋਕੀ ਟਰੇਡ ਕਰਦੇ ਆ।
ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਟ੍ਰੇਡ ਹੁੰਦਾ ਆ ਫੋਰੈਕਸ ਦੇ ਵਿੱਚ, ਉਹ ਮੇਜਰ ਕਰੰਸੀਆਂ ਦਾ ਹੁੰਦਾ ਆ। ਦ ਸਿੰਪਲ ਰੀਜ਼ਨ ਇਜ਼ ਮੇਜਰ ਕਰੰਸੀਆਂ ਦੀ ਨਿਊਜ਼ ਸਾਰਿਆਂ ਨੂੰ ਪਤਾ ਹੁੰਦੀ ਆ, ਇਸ ਵਿਜ਼ੀਬਲ, ਉਹਨਾਂ ਨੂੰ ਸਾਰੀਆਂ ਫਿਗਰਸ ਜਿਹੜੀਆਂ ਹੁੰਦੀਆਂ ਨਿਊਜ਼ ਪ੍ਰੈਸ ਰਿਲੀਜ਼ ਦੇ ਵਿੱਚ ਰਿਲੀਜ਼ ਹੁੰਦੀਆਂ, ਅਤੇ ਉਹਦੇ ਨਾਲ ਮਾਰਕੀਟ ਜਿਹੜੀ ਆ ਵੋਲੇਟਾਈਲ ਬਹੁਤ ਛੇਤੀ ਹੁੰਦੀ ਆ। ਤਾਂ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਕਰੰਸੀਜ਼ ਆ ਉਹ ਮੇਜਰ ਹੀ ਟਾਰਗੇਟ ਹੁੰਦੀਆਂ। ਐਗਜ਼ੋਟਿਕ ਕਰੰਸੀਜ਼ ਉਦੋਂ ਟਾਰਗੇਟ ਹੁੰਦੀਆਂ ਆ ਜਦੋਂ, ਜਿੱਦਾਂ ਸਪੋਜ਼ ਕਰੋ ਕਿ ਕਿਸੇ ਕੰਟਰੀ ਦੇ ਵਿੱਚ ਦੰਗੇ ਹੋ ਗਏ, ਸਾਊਥ ਅਫਰੀਕਾ ਦੇ ਵਿੱਚ ਦੰਗੇ ਹੋ ਗਏ, ਜਾਂ ਕੈਨੀਆ ਦੇ ਵਿੱਚ ਦੰਗੇ ਹੋ ਗਏ, ਜਾਂ ਮੰਨ ਲਓ ਇੰਡੀਆ ਦੇ ਵਿੱਚ ਦੰਗੇ ਹੋ ਗਏ, ਜਾਂ ਕੋਈ ਵੀ ਇੱਦਾਂ ਦੀ ਕੰਟਰੀ ਜਿੱਦਾਂ ਇੰਡੀਆ 'ਚ ਲੋਕਡਾਊਨ ਲੱਗ ਗਿਆ। ਸੋ ਇਹ ਜਿਹੜੀਆਂ ਛੋਟੀਆਂ ਐਗਜ਼ੋਟਿਕ ਕਰੰਸੀਜ਼ ਹੁੰਦੀਆਂ ਆ, ਉਹਨਾਂ ਨੂੰ ਉਦੋਂ ਪੇਅਰ ਕਰੀਦਾ ਜਦੋਂ ਸਾਨੂੰ ਪਤਾ ਹੁੰਦਾ ਕਿ ਡੈਫੀਨੇਟਲੀ ਹੁਣ ਇਹ ਬਹੁਤ ਵੱਡੀ ਫਲਕਚੁਏਸ਼ਨ ਆਉਣ ਵਾਲੀ ਆ, ਕਿਉਂਕਿ ਉਹ ਕੰਟਰੀ ਨੇ ਸਟਰਗਲ ਕਰਨੀ ਹੈ, ਉੱਥੇ ਲਾਅ ਐਂਡ ਆਰਡਰ ਨੇ ਸਟਰਗਲ ਕਰਨੀ ਆ। ਸੋ ਕੋਈ ਮੇਜਰ ਇਕੋਨਮੀ, ਬੈਡ ਇਕੋਨਮੀ ਨਿਊਜ਼ ਆਉਂਦੀ ਆ ਇਹਨਾਂ ਕੰਟਰੀਆਂ ਦੇ ਵਿੱਚੋਂ, ਉਦੋਂ ਵੀ ਐਗਜ਼ੋਟਿਕ ਕਰੰਸੀਜ਼ ਯੂਜ਼ ਕੀਤੀਆਂ ਜਾਂਦੀਆਂ। ਪਰ ਜਿਹੜੀ ਕ੍ਰੋਸਿਸ ਹੁੰਦੇ ਆ, ਕ੍ਰੋਸਿਸ ਨੋਰਮਲੀ ਜਿੱਦਾਂ ਇੰਗਲੈਂਡ ਅਤੇ ਯੂਰੋ ਆ, ਸੋ ਜਦੋਂ ਇਹਨਾਂ ਦੀਆਂ ਯੂਰਪੀਅਨ ਫਿਗਰਸ ਆਉਣੀਆਂ ਜਾਂ ਇੰਗਲੈਂਡ ਦੀਆਂ ਫਿਗਰਸ ਆਉਣੀਆਂ, ਤਾਂ ਰੀਸੈਂਟਲੀ ਇਹਨਾਂ ਦਾ ਟ੍ਰੇਡ ਆਇਆ ਸੀਗਾ ਕਿ ਜਿਹੜਾ ਇੰਗਲੈਂਡ ਆ, ਇਹਨਾਂ ਦਾ ਟ੍ਰੇਡ ਸਾਰਿਆਂ ਨਾਲੋਂ ਘੱਟ ਆ ਲਾਸਟ 50 ਸਾਲ ਦੇ ਵਿੱਚ ਯੂਰਪ ਦੇ ਨਾਲ। ਦ ਸਿੰਪਲ ਰੀਜ਼ਨ ਇਜ਼ ਬ੍ਰੈਗਜ਼ਿਟ। ਪਰ ਉਹਦੇ ਨਾਲ ਇਹ ਹੋ ਗਿਆ ਕਿ ਜਿਹੜੀਆਂ ਹੋਰਾਂ ਕੰਟਰੀਆਂ ਦੇ ਨਾਲ ਇੰਗਲੈਂਡ ਕਨੈਕਟ ਹੋਇਆ ਆ, ਉਹਨਾਂ ਕੰਟਰੀਆਂ ਤੋਂ ਇਹਨਾਂ ਨੂੰ ਯੂਰਪ ਨਾਲੋਂ ਵੀ ਸਸਤਾ ਇੰਪੋਰਟ ਹੋਣ ਲੱਗ ਪਿਆ। ਸੋ ਉਹਦੇ ਨਾਲ ਇਹ ਕੀ ਹੋਏਗਾ ਕਿ ਲੌਂਗ ਟਰਮ ਦੇ ਵਿੱਚ ਜਿਹੜੀ ਇਨਫਲੇਸ਼ਨ ਆ ਗੌਰਮੈਂਟ ਦੇ ਕੰਟਰੋਲ 'ਚ ਰਹੇਗੀ, ਕਿਉਂਕਿ ਜਦੋਂ ਬਾਹਰਲੀਆਂ ਕੰਟਰੀਆਂ ਤੋਂ ਸਸਤਾ ਸਮਾਨ ਮੰਗਵਾਉਣਗੇ ਤਾਂ ਸਿੰਪਲ ਰੀਜ਼ਨ ਆ ਕਿ ਉਹ ਲੋਕਾਂ ਨੂੰ ਘੱਟ ਪੈਸੇ ਖਰਚਣੇ ਪੈਣਗੇ ਉਹਨਾਂ ਚੀਜ਼ਾਂ ਨੂੰ ਬਾਏ ਕਰਨ ਲਈ, ਅਤੇ ਯੂਰਪ ਦਾ ਸਮਾਨ ਮਹਿੰਗਾ ਪਏਗਾ। ਤਾਂ ਸਿੰਪਲ ਰੀਜ਼ਨ ਆ ਕਿ ਯੂਰਪ ਦੀ ਇਕੋਨਮੀ ਸਫਰ ਕਰਨਗੀਆਂ, ਕਿਉਂਕਿ ਉਹਨਾਂ ਨੂੰ ਇੰਗਲੈਂਡ ਵਰਗੀ ਮਾਰਕੀਟ ਨਹੀਂ ਲੱਭਣੀ ਸਿੰਪਲ ਤਰੀਕੇ ਦੇ ਨਾਲ, ਬਿਕੋਜ਼ ਇੰਗਲੈਂਡ ਦੇ ਵਿੱਚ ਬਹੁਤ ਮੈਨੂਫੈਕਚਰਿੰਗ ਘੱਟ ਹੁੰਦੀ ਆ, ਪਰ ਇਹਦੇ 'ਚ ਇੰਪੋਰਟ ਬਹੁਤ ਜ਼ਿਆਦਾ ਹੁੰਦਾ ਆ। ਸੋ ਇਸ ਕਰਕੇ ਜਿੰਨੀਆਂ ਵੀ ਦੁਨੀਆ ਦੀਆਂ ਕੰਟਰੀਆਂ, ਆਸਟ੍ਰੇਲੀਆ ਹੋ ਗਿਆ, ਇੰਡੀਆ ਹੋ ਗਿਆ, ਚਾਈਨਾ ਹੋ ਗਿਆ, ਉਹ ਸਾਰੇ ਇਹ ਹੋੜ 'ਚ ਲੱਗੇ ਹੋਏ ਆ ਕਿ ਇੰਗਲੈਂਡ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕੀਤਾ ਜਾਵੇ, ਤਾਂ ਕਿ ਜਿਹੜੇ ਉਹਨਾਂ ਨੂੰ, ਜਿਹੜੇ ਮੈਨੂਫੈਕਚਰਰਸ ਆ, ਉਹਨਾਂ ਨੂੰ ਉਹ ਸਾਰਾ ਬੈਨੀਫਿਟ ਮਿਲ ਸਕੇ। ਸੋ ਜੇ ਮੈਂ ਅੱਜ ਰਿਪੀਟ ਕਰਾਂ ਕਿ ਜਿੰਨਾ ਵੀ ਮੈਂ ਹੁਣ ਤੱਕ ਇਹ ਕਵਰ ਕੀਤਾ ਆ ਕਿ ਕਰੰਸੀ ਪੇਅਰ, ਵਾਟ ਇਜ਼ ਕਰੰਸੀ ਪੇਅਰ ਇਨ ਫੋਰੈਕਸ। ਕਰੰਸੀ ਪੇਅਰ ਹੁੰਦੀ ਹੈ ਜਿਹੜੀ ਤੁਸੀਂ ਦੋ ਕਰੰਸੀਆਂ ਇੱਕ ਦੂਜੇ ਦੇ ਅਗੇਂਸਟ ਆਪਾਂ ਟ੍ਰੇਡ ਕਰਦੇ ਹਾਂ, ਜਿੱਦਾਂ GBP ਵਰਸਸ ਡਾਲਰ। ਮੇਜਰ ਕਰੰਸੀ ਪੇਅਰ ਸਾਨੂੰ ਪਤਾ ਹੈ ਯੂਰੋ USD, USD JPY, GBP USD, USD ਕੈਨੇਡਾ, USD ਸਵਿਸ ਫਰੈਂਕ, ਆਸਟ੍ਰੇਲੀਅਨ ਡਾਲਰ USD। ਸੋ ਜਿਹਦੇ 'ਚ USD ਇਨਕਲੂਡਡ ਹੁੰਦਾ ਆ, ਉਹਨੂੰ ਅਸੀਂ ਮੇਜਰ ਕਰੰਸੀ ਕਹਿੰਦੇ ਹਾਂ। ਕ੍ਰੋਸਿਸ ਜਿੱਦਾਂ ਸਾਨੂੰ ਪਤਾ ਯੂਰੋ GBP ਹੋ ਗਿਆ, ਯੂਰੋ ਕੈਨੇਡੀਅਨ ਡਾਲਰ ਹੋ ਗਿਆ, ਜਾਂ GBP ਜਾਪਾਨ ਦਾ ਹੋ ਗਿਆ, ਯੂਰੋ ਸਵਿਸ ਫਰੈਂਕ ਹੋ ਗਿਆ। ਅਤੇ ਐਗਜ਼ੋਟਿਕ ਪੇਅਰਸ ਦਾ ਤਾਂ ਆਪਾਂ ਨੂੰ ਪਤਾ ਹੈ ਕਿ ਐਨੀ ਕਰੰਸੀ ਜਿਹੜੀ ਮੇਜਰ ਦੇ ਨਾਲ ਨਾਲ ਸੇਮ ਟਾਈਮ ਦੇ ਉੱਤੇ ਕੋਈ ਇਹਨਾਂ ਮਰਜਿੰਗ ਕੰਟਰੀਜ਼ ਜਿਹੜੀਆਂ ਛੋਟੀਆਂ ਇਕੋਨਮੀਜ਼ ਹੁੰਦੀਆਂ ਦੁਨੀਆ ਦੀਆਂ, ਉਹਦੇ ਨਾਲ ਪੇਅਰ ਹੁੰਦੀ ਆ। ਸੋ ਜੇ ਆਪਾਂ ਇਹਦੀ ਫੋਰੈਕਸ ਦੀ ਮਾਰਕੀਟ ਦੀ ਗੱਲ ਕਰੀਏ ਜਾਂ ਇਹਦਾ ਸਾਈਜ਼ ਕੀ ਆ ਇਹਦੀ ਗੱਲ ਕਰੀਏ, ਤੇ ਜਿੱਦਾਂ ਮੈਂ ਪਹਿਲੀ ਵੀਡੀਓ ਦੇ ਵਿੱਚ ਕਵਰ ਕੀਤਾ ਕਿ ਓਵਰ 6 ਟ੍ਰਿਲੀਅਨ ਟ੍ਰਾਂਜੈਕਸ਼ਨਸ, ਓਵਰ 6 ਟ੍ਰਿਲੀਅਨ ਡਾਲਰ ਦਾ ਟ੍ਰੇਡ ਹੁੰਦਾ ਐਵਰੀ ਡੇ ਫੋਰੈਕਸ ਦੇ ਵਿੱਚ। ਪਰ ਇਹਦੇ ਤਾਂ ਇਹ ਚੀਜ਼ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਜਿਹੜੀ ਕਰੰਸੀ ਦੀ ਐਕਸਚੇਂਜ ਹੁੰਦੀ ਇਹਦੀ ਕੋਈ ਫਿਜ਼ੀਕਲ ਲੋਕੇਸ਼ਨ ਨਹੀਂ ਹੈਗੀ, ਇਹਦੀ ਕੋਈ ਸੈਂਟਰਲ ਐਕਸਚੇਂਜ ਨਹੀਂ ਹੈਗੀ। ਇਹ ਕਰੰਸੀ ਜਿਹੜੀਆਂ ਦੇ ਆਰ ਟ੍ਰੇਡਡ ਆਲ ਅਰਾਊਂਡ ਦ ਵਰਲਡ 24/5 days a week, 24 ਆਵਰ ਕੰਟੀਨਿਊਸਲੀ, ਮੰਡੇ ਸਟਾਰਟ ਹੋ ਕੇ ਫਰਾਈਡੇ ਰਾਤ ਨੂੰ ਸ਼ਟ ਹੁੰਦੀਆਂ। ਸੋ ਉਹਦੇ ਨਾਲ ਇਹ ਹੁੰਦਾ ਕਿ ਜਿਹੜੀ ਇਹ ਕਰੰਸੀਜ਼ ਦੀ ਜਿਹੜੀ ਵੈਲਿਊ ਆ ਸੇਮ ਰਹਿੰਦੀ ਆ ਆਲ ਅਰਾਊਂਡ ਦਾ ਵਰਲਡ। ਸੋ ਇਹਦੀ ਕਰੰਸੀ ਨੂੰ ਕਿਤੇ ਵੀ ਕੋਈ ਵੀ ਫਰਕ ਨਹੀਂ ਪੈਂਦਾ ਪ੍ਰਾਈਸ ਦੇ ਨਾਲ। ਇਟ ਡਜ਼ਨਟ ਮੈਟਰ ਕਿਹੜੀ ਦੁਨੀਆ ਦੀ ਐਕਸਚੇਂਜ ਓਪਨ ਹੋਈ ਹੈ ਅਤੇ ਕਿਹੜੀ ਦੁਨੀਆ ਦੀ ਐਕਸਚੇਂਜ ਬੰਦ ਹੋਈ ਆ। ਜਿਹੜੀ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਕਰੰਸੀਜ਼ ਟ੍ਰੇਡ ਹੁੰਦੀਆਂ ਆ, ਸਾਰਿਆਂ ਨਾਲੋਂ ਵੱਡੀ ਜਿਹੜੀ ਕਰੰਸੀ ਆ 84% US ਡਾਲਰ ਟ੍ਰੇਡ ਹੁੰਦਾ ਆ, 39% ਯੂਰੋ ਟ੍ਰੇਡ ਹੁੰਦਾ ਆ, ਜਾਪਾਨ ਤੀਜੇ ਨੰਬਰ 'ਤੇ ਆ, ਅਤੇ ਪਾਉਂਡ ਜਿਹੜਾ ਆ ਉਹ ਚੌਥੇ ਨੰਬਰ 'ਤੇ ਟ੍ਰੇਡ ਹੁੰਦਾ ਆ ਐਵਰੀ ਡੇ ਟ੍ਰੇਡਸ ਦੇ ਵਿੱਚ। ਉਹ ਤੋਂ ਇਲਾਵਾ ਆਸਟ੍ਰੇਲੀਅਨ ਡਾਲਰ, ਸਵਿਸ ਫਰੈਂਕ, ਕੈਨੇਡੀਅਨ ਅਤੇ ਹੋਰ ਅਦਰ ਕਰੰਸੀਜ਼ ਜਿਹੜੀਆਂ ਆ ਸਾਰੀਆਂ ਟ੍ਰੇਡ ਹੁੰਦੀਆਂ। ਹੁਣ ਤੁਸੀਂ ਇਹ ਤਾਂ ਨੋਟ ਕੀਤਾ ਹੋਣਾ ਕਿ ਆਪਾਂ ਜਿੰਨੀ ਵਾਰ ਵੀ ਗੱਲ ਕੀਤੀ ਆ ਫੋਰੈਕਸ ਦੀ, US ਡਾਲਰ ਦਾ ਨਾਮ ਜ਼ਰੂਰ ਮੈਂਸ਼ਨ ਹੋਇਆ। ਜਿਹੜਾ ਡਾਲਰ ਆ ਇਹ 84% ਮਾਰਕੀਟ ਕਵਰ ਕਰਦਾ ਆ, ਕਿਉਂਕਿ ਇਹਨੂੰ ਸਾਰੀ ਦੁਨੀਆ ਦੀਆਂ ਕਰੰਸੀਆਂ ਦੇ ਅਗੇਂਸਟ ਪੇਅਰ ਕੀਤਾ ਜਾਂਦਾ। US ਡਾਲਰ ਨੂੰ ਇੱਕ ਤਰ੍ਹਾਂ ਨਾਲ ਸਤੰਭ ਨਹੀਂ ਹੁੰਦਾ ਕਿ ਜਿਹਨੂੰ ਇੱਕ ਤਰ੍ਹਾਂ ਨਾਲ ਮੁੱਖ ਰੱਖ ਕੇ ਆਲ ਵਰਲਡ ਦੀਆਂ ਜਿਹੜੀਆਂ ਕਰੰਸੀਜ਼ ਆ ਕੰਪੈਰੀਜ਼ਨ ਕੀਤਾ ਜਾਂਦਾ ਆ। ਸੋ ਇਸ ਕਰਕੇ US ਡਾਲਰ ਦੀ ਜਿਹੜੀ ਅਹਿਮੀਅਤ ਆ ਬਹੁਤ ਵੱਧ ਜਾਂਦੀ ਆ, ਅਤੇ ਇਸੇ ਕਰਕੇ ਜਿਹੜਾ US ਡਾਲਰ ਅਤੇ ਗੋਲਡ ਦਾ ਜਿਹੜਾ ਫਲਕਚੁਏਸ਼ਨ ਆ
ਉਹ ਬਹੁਤ ਜ਼ਿਆਦਾ ਵੋਲੇਟਾਈਲ ਹੁੰਦੀ ਕੰਪੇਅਰਿੰਗ ਟੂ ਅਦਰ ਕਰੰਸੀਜ਼, ਬਿਕੋਜ਼ US ਡਾਲਰ ਨੂੰ ਜਿਹੜਾ ਗੋਲਡ ਦੇ ਅਗੇਂਸਟ ਕੰਪੇਅਰ ਕੀਤਾ ਜਾਂਦਾ। ਜੇ ਵੀਕ ਡਾਲਰ ਆ ਤਾਂ ਗੋਲਡ ਮਹਿੰਗਾ ਆ, ਜੇ ਡਾਲਰ ਸਟਰੋਂਗ ਆ ਤਾਂ ਗੋਲਡ ਸਸਤਾ ਆ। ਸਿੰਪਲ ਦੁਨੀਆ ਦੀ ਸਾਰੀ ਜਿਹੜੀ ਕਰੰਸੀਜ਼ ਆ ਮੇਨਲੀ ਡਾਲਰ ਨੂੰ ਹੀ ਗੋਲਡ ਦੇ ਅਗੇਂਸਟ ਯੂਜ਼ ਕੀਤਾ ਜਾਂਦਾ ਆ। ਸੋ ਉਹਦੇ ਨਾਲ ਜਦੋਂ ਵੀ ਅਮਰੀਕਨ ਇਕੋਨਮੀ ਦੇ ਵਿੱਚ ਕੋਈ ਬੈਡ ਨਿਊਜ਼ ਆਉਂਦੀ ਆ, ਉਹ ਤਾਂ ਹੀ ਡਾਲਰ ਦੀਆਂ ਪ੍ਰਾਈਜ਼ਾਂ ਗੋਲਡ ਦੀਆਂ ਪ੍ਰਾਈਜ਼ਾਂ ਤਾਂ ਹੀ ਵੋਲੇਟਾਈਲ ਹੋ ਜਾਂਦੀਆਂ, ਬਿਕੋਜ਼ ਗੋਲਡ ਆਲਵੇਜ਼ ਗੈਟ ਕੰਪੇਅਰਡ ਅਗੇਂਸਟ ਅ ਡਾਲਰ। ਸੋ ਉਹਦੀ ਜਿਹੜੀ ਵੈਲਿਊ ਗੋਲਡ ਦੀ ਆ ਉਹ ਡਾਲਰ ਦੇ ਅਗੇਂਸਟ ਮਿੱਥੀ ਜਾਂਦੀ ਆ। ਇਸੇ ਕਰਕੇ ਉਹ ਜਿਹੜਾ ਡਾਲਰ ਆ, ਜਦੋਂ ਉਹ ਕੰਟਰੀ ਬਹੁਤ ਵਧੀਆ ਕਰਦੀ ਹੁੰਦੀ ਆ ਤਾਂ ਡਾਲਰ ਜਿਹੜਾ ਆ ਉਹ ਸਟਰੋਂਗ ਹੋ ਜਾਂਦਾ ਅਤੇ ਗੋਲਡ ਦੀਆਂ ਪ੍ਰਾਈਜ਼ਾਂ ਥੱਲੇ ਡਿੱਗ ਪੈਂਦੀਆਂ। ਸੋ ਜਿਹੜੀ ਉੱਦਾਂ ਵੀ ਜਿਹੜੀ USA ਦੀ ਇਕੋਨਮੀ ਆ ਦੁਨੀਆ ਦੀ ਸਾਰਿਆਂ ਨਾਲੋਂ ਲਾਰਜ ਇਕੋਨਮੀ ਆ, ਅਤੇ ਇਹ ਡਾਲਰ ਜਿਹੜਾ ਇਹ ਰਿਜ਼ਰਵ ਕਰੰਸੀ ਆ ਵਰਲਡ ਦੀ। ਸੋ ਇਹਨੂੰ ਰਿਜ਼ਰਵ ਕਰੰਸੀ ਦੇ ਵਾਂਗੂ ਯੂਜ਼ ਕੀਤਾ ਜਾਂਦਾ ਆ। ਉਹ ਤੋਂ ਇਲਾਵਾ ਵੀ ਇਹ ਸਾਰਿਆਂ ਨਾਲੋਂ ਜ਼ਿਆਦਾ ਲਾਰਜ ਅਤੇ ਮੋਸਟ ਲਿਕੁਇਡੇਟਡ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਅਤੇ ਓਬਵੀਅਸਲੀ ਅਮਰੀਕਾ ਦੇ ਵਿੱਚ ਪੋਲੀਟੀਕਲ ਸਿਸਟਮ ਜਿਹੜਾ ਬਹੁਤ ਸਟੇਬਲ ਹੈ ਐਜ਼ ਏ ਕੰਪੇਅਰ ਟੂ ਐਨੀ ਅਦਰ ਕੰਟਰੀ ਇਨ ਦਾ ਵਰਲਡ। ਮਿਲਟਰੀ ਦੇ ਵਿੱਚ ਵੀ ਬਹੁਤ ਸੁਪਰ ਪਾਵਰ ਹੈ ਅਮਰੀਕਾ। ਉਹਨਾਂ ਦੇ ਕ੍ਰਾਸ ਬਾਰਡਰ ਜਿਹੜੀਆਂ ਆ ਇੰਟਰਫੇਅਰੈਂਸ ਬਹੁਤ ਜ਼ਿਆਦਾ, ਉਹ ਕੰਟਰੋਲ ਕਰਦੇ ਆ ਬਹੁਤ ਸਾਰੇ ਵਰਲਡਸ ਦੀ ਇਕੋਨਮੀਜ਼ ਨੂੰ ਇਫੈਕਟ ਕਿੱਦਾਂ ਕਰਨੀ ਆ ਅਤੇ ਕਿੱਦਾਂ ਉਹ ਕੰਟਰੀਜ਼ ਦੀਆਂ ਪੋਲਿਸੀਜ਼ ਬਣਦੀਆਂ ਆ। ਉਹਨਾਂ ਨੇ ਕਿਸੇ ਵੀ ਕੰਟਰੀ ਦੇ ਅਗੇਂਸਟ ਉਹ ਬੈਨ ਲਾ ਸਕਦੇ ਕਿਸੇ ਵੀ ਚੀਜ਼ ਦਾ। ਸੋ ਮੋਸਟਲੀ ਦਿਸ ਇਜ਼ ਵਾਈ ਦ ਡਾਲਰ ਇਜ਼ ਵੈਰੀ ਸਟਰੋਂਗ। ਉਹ ਸਿੰਪਲੀ US ਡਾਲਰ ਦੀ ਜਿਹੜੀ ਪਾਵਰ ਆ ਉਹ ਉਸ ਕੰਟਰੀ ਕਰਕੇ ਆ, ਕਿਉਂਕਿ ਕੰਟਰੀ ਬਹੁਤ ਜ਼ਿਆਦਾ ਸਟਰੋਂਗ ਆ। ਸੋ ਉਹਦੀ ਪਾਵਰ ਵੀ ਡਾਲਰ ਦੀ ਉਨੀ ਸਟਰੋਂਗ ਆ। ਸੋ ਆਪਾਂ ਹੁਣ ਇਹਨਾਂ ਸਾਰੀਆਂ ਕਰੰਸੀਆਂ ਨੂੰ ਟਰੇਡ ਕਿੱਦਾਂ ਕਰਨਾ ਆ। ਸੋ ਜਿਹੜਾ ਸਾਰਿਆਂ ਨਾਲੋਂ ਵੱਡਾ ਕੁਐਸਚਨ ਇਹ 'ਚੋਂ ਇਹੀ ਉੱਠਦਾ ਆ ਇੰਨੀ ਸਾਰੀ ਇਨਫੋਰਮੇਸ਼ਨ ਓਬਜ਼ਰਵ ਕਰਨ ਤੋਂ ਬਾਅਦ, ਕਿ ਅਸੀਂ ਇਹਨੂੰ ਟਰੇਡ ਕਿੱਦਾਂ ਕਰਦੇ ਹਾਂ। ਸੋ ਉਹਦੇ ਨਾਲ ਜਿਹੜੇ ਫਾਈਨੈਂਸ਼ੀਅਲ ਇੰਸਟਰੂਮੈਂਟਸ ਅਟੈਚ ਹੁੰਦੇ ਆ ਟਰੇਡ ਕਰਨ ਲਈ, ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਮੇਨ ਫਾਈਨੈਂਸ਼ੀਅਲ ਇੰਸਟਰੂਮੈਂਟ ਜਿਹਨੂੰ ਆਪਾਂ ਕਹਿੰਦੇ ਰਿਟੇਲ ਫੋਰੈਕਸ, ਜਿਹਦੀ ਆਪਾਂ ਗੱਲ ਵੀ ਕਰਦੇ ਪਏ ਆ। ਉਸ ਤੋਂ ਇਲਾਵਾ ਸਪੋਟ FX, ਜਿਹਨੂੰ ਸਪੋਟ FX ਕਰਦੇ ਆ। ਕਰੰਸੀ ਫੀਚਰਸ, ਕਰੰਸੀ ਆਪਸ਼ਨਸ, ਕਰੰਸੀ ਐਕਸਚੇਂਜ ਟ੍ਰੇਡਡ ਫੰਡਸ ਜਿਹਨੂੰ ਆਪਾਂ ETFs ਕਹਿੰਦੇ ਆ, ਜਾਂ ਫੋਰੈਕਸ CFDs, ਜਾਂ ਫੋਰੈਕਸ ਸਪਰੈਡ ਬੈਟਿੰਗ ਜਿਹੜੀ ਆ ਉਹਨੂੰ ਕਹਿੰਦੇ ਆ। ਸੋ ਜਿਹੜੀ ਬਹੁਤ ਸਾਰੇ ਤੁਸੀਂ ਲੋਕੀ ਜਿਹਦੇ ਬਾਰੇ ਗੱਲ ਕਰਦੇ ਆ, ਜਿੱਦਾਂ ਆਪਾਂ ਐਵਰੀਡੇ ਟ੍ਰੇਡਿੰਗ ਕਰਦੇ ਆ ਜਿਹਨੂੰ ਅਸੀਂ CFD ਵੀ ਕਹਿੰਦੇ ਆ, ਦੈਟ ਕਮਸ ਅੰਡਰ ਸਪੋਟ FX। ਜਿਹੜੀ ਆਪਾਂ ਔਨ ਦਾ ਸਪੋਟ ਜਿਹਨੂੰ ਕਰਦੇ ਆ, ਮੀਨਸ ਕਿ ਉਹ ਥੋੜ੍ਹੇ ਮਿੰਟਾਂ ਦੇ ਵਿੱਚ, ਘੰਟਿਆਂ ਦੇ ਵਿੱਚ, ਜਾਂ ਇੱਕ ਦਿਨ ਦਾ ਟ੍ਰੇਡ ਹੁੰਦਾ ਆ, ਉਹਨੂੰ ਅਸੀਂ ਸਪੋਟ FX ਕਹਿੰਦੇ ਆ। ਉਸ ਤੋਂ ਇਲਾਵਾ ਉਹਨੂੰ ਅਸੀਂ ਰਿਟੇਲ ਫੋਰੈਕਸ ਦੇ ਵਿੱਚ ਵੀ ਕਵਰ ਕਰਦੇ ਹਾਂ, ਅਤੇ ਸਪਰੈਡ ਬੈਟਿੰਗ ਦੇ ਵਿੱਚ ਵੀ ਸੇਮ ਟ੍ਰੇਡ ਨੂੰ ਕਵਰ ਕਰਦੇ ਹਾਂ। ਜਿਹੜੀ ਚੀਜ਼ ਬਾਰੇ ਆਪਾਂ ਕਵਰ ਕਰਾਂਗੇ, ਆਪਾਂ ਕਵਰ ਕਰਾਂਗੇ ਕਿ ਜਿਹੜੇ ਜਿੱਦਾਂ ਇੰਡੀਵਿਜੂਅਲਸ, ਜਿੱਦਾਂ ਆਪਾਂ ਟ੍ਰੇਡਿੰਗ ਕਰਦੇ ਹਾਂ ਅਤੇ ਆਪਾਂ ਸਪੋਟ ਟ੍ਰੇਡਿੰਗ ਕਰਦੇ ਹਾਂ, ਅਤੇ ਆਪਾਂ ਉਹਦੇ ਬਾਰੇ ਹੋਰ ਮੈਂ ਜਿੱਦਾਂ ਤੁਹਾਡੀ ਜਿਹੜੀ ਇਨਫੋਰਮੇਸ਼ਨ ਦੇਣੀ ਚਾਹੁੰਦਾ ਹਾਂ। ਜਿਹੜੇ ਸਾਰਿਆਂ ਨੂੰ ਪਹਿਲਾਂ ਜਿਹੜਾ ਟੌਪਿਕ ਕਵਰ ਕਰਦੇ ਆਪਾਂ, ਕਰੰਸੀ ਫਿਊਚਰਸ ਹੁੰਦਾ ਆ। ਕਰੰਸੀ ਫਿਊਚਰਸ ਜਿਹੜੇ ਆ ਉਹ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਵੀ ਦੋ ਪੇਅਰ ਆਫ ਕਰੰਸੀਜ਼ ਬਾਏ ਕਰਦੇ ਆ ਅਤੇ ਉਹਦਾ ਇੱਕ ਸੈੱਟ ਪ੍ਰਾਈਸ ਫਿਕਸ ਹੋਈ ਹੁੰਦੀ ਆ ਫਿਊਚਰ ਦੇ ਵਿੱਚ, ਤਾਂ ਹੀ ਉਹਨੂੰ ਅਸੀਂ ਕਰੰਸੀ ਫਿਊਚਰਸ ਆਖਦੇ ਹਾਂ। ਸੋ ਜਿਹੜੀ ਫਿਊਚਰ ਟ੍ਰੇਡਸ ਹੁੰਦੇ ਆ, ਕਰੰਸੀ ਫਿਊਚਰਸ ਹੁੰਦੇ ਆ, ਇਹ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਬਿਟਵੀਨ ਇਹ ਟ੍ਰਾਂਜੈਕਸ਼ਨਸ ਹੈਪਨ ਹੁੰਦੀਆਂ ਅਤੇ ਬਹੁਤ ਟਰਾਂਸਪੇਰੈਂਟ ਹੁੰਦੀਆਂ। ਇਸ ਕਰਕੇ ਇਹਨਾਂ ਦੇ ਵਿੱਚ ਘਪਲਾ ਕਰਨਾ ਜਾਂ ਬੇਈਮਾਨੀ ਦੇ ਨਾਲ ਕੋਈ ਪੈਸਾ ਕੋਈ ਇੰਸਟੀਟਿਊਟ ਬਣਾ ਸਕਦਾ, ਇਟਸ ਨਾਟ ਈਵਨ ਪੋਸੀਬਲ ਫॉर 1%। ਜਿਹੜੀ ਕਰੰਸੀ ਆਪਸ਼ਨ ਹੁੰਦੀ ਆ, ਇਹ ਰਾਈਟ, ਜਿੱਦਾਂ ਇਹਨੂੰ ਅਸੀਂ ਸਿੰਪਲ ਵਰਡ ਦੇ ਵਿੱਚ ਅਸੀਂ ਕੀ ਕਹਿੰਦੇ ਆ ਕਿ ਜਿਹੜੇ ਫਾਈਨੈਂਸ਼ੀਅਲ ਇੰਸਟਰੂਮੈਂਟਸ ਆ, ਜਿਹੜੇ ਬਾਇਰ ਨੂੰ ਰਾਈਟ ਜਾਂ ਆਪਸ਼ਨ ਦਿੰਦੇ ਆ, ਬਟ ਉਹਦੇ 'ਚ ਕੋਈ ਉਹਨਾਂ ਦਾ ਓਬਲੀਗੇਸ਼ਨ ਨਹੀਂ ਹੁੰਦਾ। ਤੁਸੀਂ ਕਿਸੇ ਨੂੰ ਕੋਈ ਆਪਸ਼ਨ ਦਿੰਦੇ ਆ ਕਿ ਤੂੰ ਦੁੱਧ ਪੀਣਾ ਜਾਂ ਨਹੀਂ ਪੀਣਾ, ਪਰ ਉਹ ਓਬਲੀਗੇਸ਼ਨ ਨਹੀਂ ਹੈਗਾ ਕਿ ਇਹ ਨਹੀਂ ਕਿ ਤੈਨੂੰ ਪੀਣਾ ਹੀ ਪੈਣਾ ਆ। ਸੋ ਇਸੇ ਕਰਕੇ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਟਸ ਆ, ਉਹ ਇੰਡੀਵਿਜੂਅਲਸ ਪੀਪਲ ਨੂੰ ਇੰਡੀਵਿਜੂਅਲੀ ਜਿਹੜੇ ਟਾਰਗੇਟ ਕਰਦੇ ਆ, ਜਿਹੜੇ ਲੋਕੀ ਟ੍ਰੇਡ ਕਰਦੇ ਆ, ਉਹਨਾਂ ਨੂੰ ਇਹ ਆਪਸ਼ਨਸ ਦਿੰਦੇ, ਤਾਂ ਹੀ ਇਹਨਾਂ ਨੂੰ ਅਸੀਂ ਕਰੰਸੀ ਆਪਸ਼ਨਸ ਕਹਿੰਦੇ ਆ। ਜੇ ਟ੍ਰੇਡਰ ਨੇ ਕੋਈ ਵੀ ਆਪਸ਼ਨ ਸੋਲਡ ਕੀਤੀ ਆ, ਦੈਨ ਉਹਨੂੰ ਐਗਰੀ ਹੋਣਾ ਪੈਣਾ, ਉਹਨੂੰ obliged ਹੋਣਾ ਪੈਣਾ ਕਿ ਉਹਨੂੰ ਬਾਏ ਜਾਂ ਸੈਲ ਉਸ ਐਸੈਟ ਨੂੰ ਕਰਨਾ ਪੈਣਾ ਆ ਇੱਕ ਸਪੈਸੀਫਿਕ ਡੇਟ ਦੇ ਉੱਤੇ, ਇੱਕ ਸਪੈਸੀਫਿਕ ਪ੍ਰਾਈਸ ਦੇ ਉੱਤੇ, ਉਹਦੀ ਐਕਸਪਾਇਰ ਹੋਣ ਤੋਂ ਪਹਿਲਾਂ, ਡੇਟ ਐਕਸਪਾਇਰ ਹੋਣ ਤੋਂ ਪਹਿਲਾਂ। ਜਿੰਨੀਆਂ ਵੀ ਕਰੰਸੀ ਆਪਸ਼ਨਸ ਹੁੰਦੀਆਂ ਉਹਨਾਂ ਸਾਰਿਆਂ ਦੀ ਐਕਸਪਾਇਰੀ ਡੇਟਸ ਹੁੰਦੀਆਂ ਆ। ਸੋ ਦੈਟਸ ਵਾਈ ਜਿਹਨੇ ਵੀ ਸੋਲਡ ਕੀਤਾ ਉਹਨੂੰ ਬਾਏ ਕਰਨਾ ਪੈਂਦਾ ਉਸ ਐਕਸਪਾਇਰੀ ਡੇਟ ਤੋਂ ਪਹਿਲਾਂ। ਜਿਹੜੇ ਕਰੰਸੀ ETFs ਹੁੰਦੇ ਆ, ਉਹ ਹੁੰਦੇ ਆ ਕਿ ਜਦੋਂ ਉਹ ਜ਼ਿਆਦਾ ਤੁਹਾਨੂੰ ਇੱਕ ਸਿੰਗਲ ਕਰੰਸੀ ਦਾ ਐਕਸਪੋਜਰ ਦਿੰਦੇ ਜਾਂ ਗਰੁੱਪ ਆਫ ਕਰੰਸੀਜ਼ ਦਾ ਐਕਸਪੋਜਰ ਦਿੰਦੇ ਆ। ਇੱਥੇ ਜਿਹੜਾ ਪੇਅਰ ਕਰੰਸੀਜ਼ ਹੁੰਦਾ ਆ ਉਹ ਉਹਦੇ ਵਿੱਚੋਂ ਮਿਟ ਜਾਂਦਾ ਆ। ਉਹਦੇ ਨਾਲ ਕੀ ਹੁੰਦਾ, ਜਿਹੜਾ ਤੁਸੀਂ ETF ਆ ਇਸ ਤਰ੍ਹਾਂ ਦਾ ਬਾਏ ਕਰਦੇ ਆ ਕਿ ਤੁਸੀਂ 2 ਕਰੰਸੀਆਂ, 5 ਕਰੰਸੀਆਂ, 10 ਕਰੰਸੀਆਂ ਦਾ ETF ਬਾਏ ਕੀਤਾ ਆ। ਉਹਨਾਂ ਕਰੰਸੀਆਂ ਦੀ ਜਿੰਨੀ ਐਵਰੇਜ ਫਲਕਚੁਏਸ਼ਨ ਵਧਣੀ ਜਾਂ ਘਟਣੀ ਆ, ਉਸ ਹਿਸਾਬ ਨਾਲ ਤੁਹਾਨੂੰ ਉਸ ETF ਦੇ ਵਿੱਚ ਬੈਨੀਫਿਟ ਮਿਲਣਾ ਆ, ਨਾ ਕਿ
ਇੱਕ ਕਰੰਸੀ ਦੇ ਪੇਅਰ। ਹਾਂ, ਜੇ ਤੁਸੀਂ US ਡਾਲਰ ਦਾ ETF ਬਾਈ ਕੀਤਾ ਦੈਨ ਯੂ ਗੈਟ ਬੈਨੀਫਿਟ ਅਕੋਰਡਿੰਗ ਟੂ US ਡਾਲਰ ਦੀ ਪ੍ਰਾਈਸ। ਜੇ US ਡਾਲਰ ਦੀ ਪ੍ਰਾਈਸ ਘਟਦੀ ਆ ਮੀਨਸ ਤੁਹਾਡੀ ETF ਦੀ ਪ੍ਰਾਈਸ ਵੀ ਘਟਣੀ ਆ, ਜੇ US ਡਾਲਰ ਦੀ ਪ੍ਰਾਈਸ ਵੱਧਦੀ ਆ ਤਾਂ ETF ਦੀ ਪ੍ਰਾਈਸ ਵੀ ਵਧਣੀ ਆ। ਸੋ ਯੂ ਗੈਟ ਬੈਨੀਫਿਟ। ਜੇ ਇੱਕ ਯੂਰਪੀਅਨ ਕਰੰਸੀਜ਼ ਆ ਜਿੱਦਾਂ ਆਲ ਓਵਰ ਦ ਯੂਰਪੀਅਨ ਕੰਟਰੀਜ਼ ਜਿਹੜੀਆਂ ਆ ਉਹਨਾਂ ਦਾ ਜਿਹੜਾ ETF ਆ ਉਹਦੇ 'ਚ ਸਾਰੀਆਂ ਯੂਰਪ ਦੀਆਂ ਇਕੋਨਮੀਜ਼ ਦੀ ਟੁਗੈਦਰ ਜਿਹੜੀ ਐਵਰੇਜ ਪਰਫੋਰਮੈਂਸ ਹੁੰਦੀ ਆ ਉਹਦੇ ਨਾਲ ਯੂਰੋ ਦੀ ਪ੍ਰਾਈਸ ਜਿਹੜੀ ਆ ਤੈਅ ਕੀਤੀ ਜਾਂਦੀ ਆ। ਸੋ ਉਹਦਾ ETF ਸਾਰੀਆਂ ਹੀ ਯੂਰਪੀਅਨ ਕੰਟਰੀਆਂ ਨੂੰ ਇਕੱਠਿਆਂ ਕਰਕੇ ਉਹਨਾਂ ਦੀ ਪ੍ਰੋਗਰੈਸ ਦੇ ਹਿਸਾਬ ਨਾਲ ਤੈਅ ਹੁੰਦਾ। ਹੁਣ ਜਿਹੜੀ ਆਪਾਂ ਮੇਨ ਗੱਲ ਕਰਾਂਗੇ ਸਪੌਟ FX। ਸਪੌਟ FX ਜਿਹੜੀ ਇੱਦਾਂ ਦੀ ਮਾਰਕੀਟ ਆ ਜਿਹੜੀ ਆਫ ਐਕਸਚੇਂਜ ਮਾਰਕੀਟ ਹੁੰਦੀ ਆ। ਇਹਨੂੰ ਜਿੱਦਾਂ ਅਸੀਂ ਕਹਿੰਦੇ ਆ OTC ਓਵਰ ਦਾ ਕਾਊਂਟਰ ਮਾਰਕੀਟ ਹੁੰਦੀ ਆ, ਜਿੱਥੇ ਤੁਸੀਂ ਰੋਜ਼ ਕਰੰਸੀ ਨੂੰ ਟਰੇਡ ਕਰ ਸਕਦੇ ਆ, ਜਾਂ ਤੁਸੀਂ ਹੌਲੀਡੇ ਜਾਂਦੇ ਆ ਤੁਸੀਂ ਕਰੰਸੀ ਇੱਕ ਆਪਣਾ ਲੋਕਲ ਕੰਟਰੀ ਦੀ ਕਰੰਸੀ ਦੇ ਕੇ ਜਿਹੜੀ ਕੰਟਰੀ ਦੇ ਵਿੱਚ ਹੌਲੀਡੇ ਕਰਨ ਜਾਂਦੇ ਆ ਤੁਸੀਂ ਉਸ ਕੰਟਰੀ ਦੀ ਕਰੰਸੀ ਲੈ ਸਕਦੇ ਆ ਐਕਸਚੇਂਜ ਰੇਟ ਦੇ ਹਿਸਾਬ ਨਾਲ। ਸੋ ਇਹ 24 ਘੰਟੇ ਖੁੱਲ੍ਹੀ ਰਹਿੰਦੀ ਹੈ ਇਹ ਮਾਰਕੀਟ 5 ਦਿਨ ਵੀਕ ਦੇ। ਸੋ ਤਾਂ ਕਰਕੇ ਜਿਹੜੇ ਸਪੌਟ FX ਆ ਉਹਨੂੰ ਅਸੀਂ ਕਹਿ ਦਿੰਦੇ ਆ ਇਹ ਦੋ ਪਾਰਟੀਜ਼ ਦੇ ਵਿੱਚ ਜਿਹੜਾ ਕੰਟਰੈਕਟ ਹੁੰਦਾ ਆ, ਦੋ ਕਰੰਸੀ ਦੇ ਵਿੱਚ ਜਿਹੜਾ ਕੰਟਰੈਕਟ ਹੁੰਦਾ ਆ, ਅਸੀਂ ਓਵਰ ਦਾ ਕਾਊਂਟਰ ਕੋਈ ਵੀ ਚੀਜ਼ ਬਾਏ ਕਰ ਸਕਦੇ ਆ, ਟਰੇਡ ਕਰ ਸਕਦੇ ਆ। ਇਟਸ ਲਾਈਕ ਗੈਂਬਲਿੰਗ, ਜਿਹਨੂੰ ਇੱਕ ਤਰ੍ਹਾਂ ਨਾਲ ਲੋਕੀ ਕਹਿੰਦੇ ਆ ਕਿ ਤੁਹਾਨੂੰ ਔਨ ਦਾ ਸਪੌਟ ਕੀ ਪ੍ਰਾਈਸ ਤੇ ਕੋਈ ਕਰੰਸੀ ਦੇ ਕੰਪੈਰੀਜ਼ਨ ਮਿਲੇਗਾ ਤੇ ਉਹ ਤਕਾਲਾ ਤੱਕ ਉਸ ਕੰਟਰੀ ਦੇ ਵਿੱਚ ਕੀ ਹੋ ਕੇ ਉਸ ਕੰਟਰੀ ਦੀ ਵੀ ਜਿਹੜੀ ਪ੍ਰਾਈਸ ਵੈਲਿਊ ਆ ਕਰੰਸੀ ਦੀ ਕਿੱਦਾਂ ਹੋ ਜਾਏਗੀ, ਤੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ ਫਲਕਚੁਏਸ਼ਨ ਦੇ ਵਿੱਚ, ਵੋਲੇਟਿਲਿਟੀ ਦੇ ਵਿੱਚ, ਜਿਹਦੇ ਨਾਲ ਤੁਹਾਨੂੰ ਇਹ ਪਤਾ ਲੱਗੇਗਾ ਕਿ ਤੁਹਾਡਾ ਪ੍ਰੋਫਿਟ ਜਾਂ ਤੁਹਾਡਾ ਲਾਸ ਕੀ ਆ। ਸੋ ਜਿਹੜੀ ਰਿਟੇਲ ਫੋਰੈਕਸ ਹੁੰਦੀ ਆ, ਰਿਟੇਲ ਫੋਰੈਕਸ ਇੱਦਾਂ ਹੁੰਦੀ ਹੈ ਕਿ ਜਿੱਥੇ ਇੱਕ ਸੈੱਟ ਪ੍ਰਾਈਸ ਦੇ ਉੱਤੇ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆ ਉਸ ਕਰੰਸੀ ਨੂੰ ਹੋਲਸੇਲ ਦੇ ਵਿੱਚ ਬਾਏ ਕਰਦੇ ਆ, ਤੇ ਉਹ ਹੋਲਸੇਲ ਦੇ ਬਾਏ ਕਰਕੇ ਉਹਨੂੰ ਇੱਕ ਆਪਣਾ ਮਾਰਜਨ ਰੱਖ ਕੇ ਤੇ ਉਹ ਅੱਗੇ ਲੋਕਾਂ ਨੂੰ ਵੇਚਦੇ ਆ, ਚਾਹੇ ਹੌਲੀਡੇ ਐਕਸਚੇਂਜਸ ਆ, ਚਾਹੇ ਉਹਨਾਂ ਦੇ ਆਪਣੇ ਪਲੇਟਫਾਰਮਸ ਆ ਜਿੱਥੋਂ ਲੋਕੀ ਕਰੰਸੀ ਖਰੀਦ ਸਕਦੇ ਆ। ਸੋ ਦਿਸ ਇਜ਼ ਵਾਈ ਇਹਨੂੰ ਅਸੀਂ ਰਿਟੇਲ ਫੋਰੈਕਸ ਕਹਿੰਦੇ ਆ, ਕਿਉਂਕਿ ਐਗਜ਼ੈਕਟਲੀ ਰਿਟੇਲ ਦੇ ਤਰੀਕੇ ਨਾਲ ਕੰਟਰੋਲ ਹੁੰਦੀ ਆ, ਹੋਲਸੇਲ ਪ੍ਰਾਈਸ ਤੋਂ ਲੈ ਕੇ ਉਹਦੇ 'ਚ ਮਾਰਜਨ ਪਾ ਕੇ ਤੇ ਉਹਨੂੰ ਆਪਣੇ ਪ੍ਰੋਫਿਟ ਦੇ ਹਿਸਾਬ ਨਾਲ ਇਹ ਇੰਸਟੀਟਿਊਟਸ ਵੇਚਦੇ ਆ। ਸੋ ਜਦੋਂ ਰਿਟੇਲ ਜਿਹੜਾ ਕੰਟਰੈਕਟ ਇਹਨੂੰ ਆਪਾਂ ਖਰੀਦਦੇ ਆ ਜਾਂ ਇਹਨਾਂ ਕੰਪਨੀਆਂ ਤੋਂ ਅਸੀਂ ਖਰੀਦਦੇ ਆ ਉਹਨੂੰ ਅਸੀਂ ਲੀਵਰੇਜ ਕੰਟਰੈਕਟ ਕਹਿੰਦੇ ਆ। ਲੀਵਰੇਜ ਕੰਟਰੈਕਟ ਹੁੰਦਾ ਜਿੱਥੇ ਤੁਸੀਂ ਥੋੜੇ ਪੈਸਿਆਂ ਦੇ ਵਿੱਚ ਉਹਦੀ ਵੈਲਿਊਏਸ਼ਨ ਖਰੀਦ ਸਕਦੇ ਆ। ਅਸੀਂ ਸਪੋਜ਼ ਕਰੋ ਜੇ ਤੁਹਾਡੇ ਕੋਲ 50-1 ਦੀ ਲੀਵਰੇਜ ਆ, ਅਮਾਊਂਟ ਜਿਹੜਾ ਇਨੀਸ਼ੀਅਲ ਮਾਰਜਨ ਜਿਹੜਾ 50-1 ਆ ਉਹਦੇ 'ਚ ਹੁੰਦਾ ਕਿ ਜੇ $2000 ਤੁਹਾਡੇ ਅਕਾਊਂਟ ਦੇ ਵਿੱਚ ਪਿਆ ਆ ਤਾਂ ਤੁਸੀਂ ਉਹਦਾ ਯੂਰੋ ਤੇ US ਡਾਲਰ ਦਾ ਟਰੇਡ ਕਰਨਾ ਆ $2000 ਦੇ ਨਾਲ, ਤਾਂ ਤੁਸੀਂ $1,00,000 ਤੱਕ ਦਾ ਟਰੇਡ ਕਰ ਸਕਦੇ ਆ ਸਿਰਫ $2000 ਦੇ ਨਾਲ। ਸੋ ਇਹ ਹੁੰਦੀ ਲੀਵਰੇਜ। ਲੀਵਰੇਜ ਮੀਨ ਕਿ ਤੁਸੀਂ 1,00,000 ਦਾ ਟਰੇਡ ਕੀਤਾ ਸਿਰਫ $2000 ਦੇ ਨਾਲ। ਸੋ ਦਿਸ ਇਜ਼ ਵਾਈ ਜਦੋਂ ਮੈਂ ਗੱਲ ਕਰਦਾ ਹੁੰਦਾ ਕਿ ਬਹੁਤ ਸਾਰੇ ਲੋਕੀ ਇਹਨੂੰ ਗੈਂਬਲਿੰਗ ਦਾ ਨਾਂ ਦੇ ਦਿੰਦੇ ਆ। ਦਿਸ ਇਜ਼ ਵੇਅਰ ਵਾਈ ਪੀਪਲ ਗੈਟ ਕਨਫਿਊਜ਼, ਤੇ ਦਿਸ ਇਜ਼ ਵੇਅਰ ਪੀਪਲ ਐਕਚੁਅਲੀ ਗੈਟ ਟਰੈਪਡ। ਜਿਹੜੇ ਲੋਕੀ ਟਰੇਡਰ, ਜਿਹੜੇ ਨਵੇਂ ਟਰੇਡਰ ਆਉਂਦੇ ਆ ਇਸ ਮਾਰਕੀਟ ਦੇ ਵਿੱਚ, ਉਹ ਇਸ ਚੀਜ਼ ਦੇ ਵਿੱਚ ਟਰੈਪ ਹੋ ਜਾਂਦੇ ਆ ਜਿਹੜਾ ਤੁਹਾਨੂੰ ਲੀਵਰੇਜ ਅਕਾਊਂਟ ਮਿਲਦਾ ਆ। ਮੈਂ ਹਮੇਸ਼ਾ ਕਹਿੰਦਾ ਨਾ ਕਿ ਜਦੋਂ ਤੁਸੀਂ ਪਹਿਲੀ ਵਾਰ ਜਾਂ ਨਵੇਂ ਆ, ਡੋਂਟ ਗੋ ਫॉर ਦ ਬਿਗ ਲੀਵਰੇਜ ਅਕਾਊਂਟ, ਗੋ ਫॉर 20-1, 30-1, ਕਿਉਂਕਿ ਜਦੋਂ ਘੱਟ ਲੀਵਰੇਜ ਨਾਲ ਕਰਦੇ ਆ ਤੁਹਾਡਾ ਰਿਸਕ ਘੱਟ ਹੁੰਦਾ ਆ, ਤੁਸੀਂ ਘੱਟ ਚੀਜ਼ਾਂ ਬਾਏ ਕਰ ਸਕਦੇ ਆ ਉਹ ਆਪਣੀ ਕਰੰਸੀ ਦੇ ਵਿੱਚ, ਤੇ ਉਹਦੇ ਨਾਲ ਤੁਹਾਡਾ ਜਿਹੜਾ ਮਾਰਜਨ ਆ ਲਾਸ ਦਾ ਤੇ ਪ੍ਰੋਫਿਟ ਦਾ ਮਾਰਜਨ ਵੀ ਭਾਵੇਂ ਘੱਟ ਜਾਂਦਾ ਪਰ ਉਹਦੇ ਨਾਲ ਲਾਸ ਦਾ ਮਾਰਜਨ ਵੀ ਘੱਟ ਜਾਂਦਾ ਆ। ਮੀਨਸ ਜੇ ਉਹ ਕਰੰਸੀ ਪੇਅਰ ਡਾਊਨ ਜਾਂਦਾ ਆ, ਜਿਸ ਤਰੀਕੇ ਨਾਲ ਤੁਸੀਂ ਬਾਏ ਕੀਤਾ ਆ ਤੁਹਾਡੇ ਅਗੇਂਸਟ ਜਾਂਦਾ ਆ ਟਰੇਡ ਦੇ, ਤੇ ਤੁਹਾਡਾ ਜਿਹੜਾ ਲਾਸ ਆ ਉਹ ਬਹੁਤ ਜ਼ਿਆਦਾ ਵੱਡਾ ਨਹੀਂ ਹੋਏਗਾ, ਉਹਨੂੰ ਤੁਸੀਂ ਕੰਟਰੋਲ ਕਰ ਸਕਦੇ ਆ ਘੱਟ ਲੀਵਰੇਜ ਅਕਾਊਂਟ ਨਾਲ। ਪਰ ਜੇ ਤੁਸੀਂ 50-1 ਲੀਵਰੇਜ ਅਕਾਊਂਟ ਲਿਆ ਆ ਦੈਨ ਯੂ ਟਾਕਿੰਗ ਅਬਾਊਟ ਕਿ ਤੁਸੀਂ ਇੱਕ ਵਾਰੀ ਫਸ ਗਿਆ, ਤੁਹਾਡੇ ਕੋਲ ਕੋਈ ਸਟਾਪ ਲਾਸ ਨਹੀਂ ਲੱਗਾ ਹੋਇਆ ਉਸ ਟਰੇਡ ਦੇ ਵਿੱਚ, ਐਂਡ ਦੈਨ ਯੂ ਲੈਟ ਇਟ ਲੂਜ਼ ਦੈਟ ਕਾਈਂਡ ਆਫ ਟਰੇਡ ਐਂਡ ਦੈਟਸ ਇਟ, ਯੂ ਫਿਨਿਸ਼ ਦੇਅਰ ਐਂਡ ਦੈਨ। ਜਾਂ ਸੋ ਲੀਵਰੇਜ ਦਾ ਉਹੀ ਜਿੱਦਾਂ ਮੈਂ ਬਾਹਰ ਇਹੀ ਰਿਪੀਟ ਕਰਨਾ ਚਾਹੁੰਦਾ ਕਿ ਜਿਹੜਾ ਉਹ $2000 ਤੁਹਾਡੇ ਅਕਾਊਂਟ ਦੇ ਵਿੱਚ ਪਿਆ 50-1 ਲੀਵਰੇਜ ਅਕਾਊਂਟ ਜਿਹੜੀ ਉਹ ਕੰਪਨੀ ਨੇ ਤੁਹਾਨੂੰ ਆਫਰ ਕੀਤਾ ਆ, ਉਹ $2000 ਦੀ ਮਤਲਬ ਇਹ ਆ ਕਿ ਤੁਹਾਡੇ ਕੋਲ ਐਕਚੁਅਲੀ ਉਹ $1,00,000 ਪਿਆ ਆ। ਸੋ ਤੁਸੀਂ ਉਹਨੂੰ ਇੱਦਾਂ ਬਿਹੇਵ ਕਰਦੇ ਆ ਕਿ ਮੈਂ $1,00,000 ਸਪੈਂਡ ਕਰ ਰਿਹਾ ਜਦੋਂ ਮੈਂ ਕੋਈ ਵੀ ਟਰੇਡ ਕਰ ਰਿਹਾ। ਸੋ ਦੈਟ ਕੈਨ ਇਨਕਲੂਡ $500 ਦੀ ਤੁਸੀਂ ਫੋਰੈਕਸ ਕਰ ਲਈ, $500 ਦਾ ਤੁਸੀਂ ਸ਼ੇਅਰਸ ਬਾਏ ਕਰ ਲਏ, $500 ਦੇ ETF ਕੰਟਰੈਕਟਸ ਆਪਸ਼ਨਸ ਬਾਏ ਕਰ ਲਈਆਂ, ਤੇ $500 ਤੁਸੀਂ ਕਮੋਡਿਟੀਜ਼ ਦੇ ਉੱਤੇ ਸਪੈਂਡ ਕਰਤਾ। ਸੋ ਟੋਟਲ ਵੈਲਿਊ ਜਿਹੜੀ ਉਹਦੀ $1,00,000 ਹੋਣੀ ਆ। ਸੋ ਜੇ ਸਾਰੇ ਟਰੇਡਸ ਤੁਹਾਡੇ ਚਾਰ ਕੈਟੇਗਰੀ ਦੇ ਟਰੇਡ ਖੁੱਲੇ ਰਹਿ ਗਏ ਐਂਡ ਦੈਨ ਦੇ ਆਲ ਗੋਨ ਇਨ ਲਾਸ, ਮੀਨਸ ਤੁਸੀਂ
2000 ਪਾਉਂਡ ਜਿਹੜਾ ਉਹ ਤੁਹਾਡੇ ਅਕਾਊਂਟ ਦੇ ਵਿੱਚੋਂ ਸਕਿੰਟਾਂ ਦੇ ਵਿੱਚ ਵਾਈਪ ਆਊਟ ਹੋ ਜਾਣਾ, ਬਿਕੋਜ਼ 1 ਲੱਖ ਜਿਹੜਾ ਵੈਲਿਊ ਆ ਹੈਵਿੰਗ ਕੰਪੇਅਰਿੰਗ ਇਸ 2000 ਬਹੁਤ ਜ਼ਿਆਦਾ ਆ। ਸੋ ਜਦੋਂ ਵਾਈਪ ਆਊਟ ਹੋਣ ਲੱਗਾ ਇਟ ਓਨਲੀ ਟੇਕ ਸੈਕਿੰਡਸ। ਸੋ ਦਿਸ ਇਜ਼ ਵਾਈ ਜਿਹੜੇ 82 ਪੁਆਇੰਟ ਸਮਥਿੰਗ ਪਰਸੈਂਟ ਜਿਹੜਾ ਐਗਜ਼ੈਕਟ ਇਹਦੀ ਪਰਸੈਂਟੇਜ ਆ, ਨਵੇਂ ਟ੍ਰੇਡਰ ਦੇ ਐਂਡ ਅਪ ਲੂਜ਼ਿੰਗ ਦੇਅਰ ਅਕਾਊਂਟ ਟੂ ਬਿਕਮਿੰਗ, ਦੇ ਬਿਕਮ ਇਮੋਸ਼ਨਲ। ਮੋਸਟਲੀ ਲੋਕੀ ਇਮੋਸ਼ਨਲ ਹੋ ਜਾਂਦੇ ਜਦੋਂ ਤੁਹਾਡੇ 1-2 ਟ੍ਰੇਡ ਵਧੀਆ ਚੱਲ ਜਾਂਦੇ ਆ, ਤੁਸੀਂ ਇਮੋਸ਼ਨਲ ਬਣ ਜਾਂਦੇ ਆ, ਦੈਨ ਯੂ ਸਟਾਰਟ ਪਲੇਇੰਗ ਬਿਗ ਟ੍ਰੇਡ, ਯੂ ਸਟਾਰਟ ਟੇਕਿੰਗ ਮੋਰ ਰਿਸਕਸ। ਤਾਂ ਇਹ ਚੀਜ਼ ਬਹੁਤ ਜ਼ਿਆਦਾ ਕੰਟਰੋਲ ਕਰਨੀ ਪੈਂਦੀ ਆ। ਅਸੀਂ ਬਹੁਤ ਇੱਕ ਟਰਮ ਯੂਜ਼ ਕਰਦੇ ਹੁੰਦੇ ਆ ਕਿ ਕਈ ਲੋਕ ਸਾਨੂੰ ਆਉਂਦੇ ਜਾਂਦੇ ਕਹਿੰਦੇ ਹੁੰਦੇ ਆ ਕਿ ਉਹ ਮੈਂ ਤਾਂ ਟ੍ਰੇਡ ਅਰਲੀ ਬੰਦ ਕਰਤਾ ਭਾਜੀ, ਮੈਂ ਇੱਦਾਂ ਟ੍ਰੇਡ ਬੰਦ ਕਰਤਾ, ਮੈਂ ਤਾਂ ਭਾਜੀ 10 ਪਾਉਂਡ ਤੇ ਪ੍ਰੋਫਿਟ ਤੇ ਬੰਦ ਕਰਤਾ, ਮੈਂ ਤਾਂ ਉਹ ਟ੍ਰੇਡ ਭਾਵੇਂ ਬਾਅਦ ਵਿੱਚ ਉਹ 100 ਪਾਉਂਡ ਦਾ ਵੀ ਪ੍ਰੋਫਿਟ ਦੇ ਗਿਆ। ਉਹਨੂੰ ਅਸੀਂ ਕਹਿੰਦੇ ਕਿ ਤੁਸੀਂ ਆਪਣਾ ਟੇਕ ਪ੍ਰੋਫਿਟ ਜਦੋਂ ਲਾਉਂਦੇ ਆ ਤਾਂ ਉਹਨੂੰ ਕਦੀ ਵੀ ਪਹਿਲਾਂ ਬੰਦ ਨਾ ਕਰੋ। ਜੇ ਹੁਣ ਤੁਸੀਂ ਟਰੈਪ ਹੀ ਕਰਨਾ ਆ ਟ੍ਰੇਡ ਨੂੰ ਆਪਣੇ ਫੇਵਰ ਦੇ ਵਿੱਚ, ਆਲਵੇਜ਼ ਯੂਜ਼ ਟ੍ਰਾਇਲਿੰਗ ਸਟਾਪ ਲਾਸ, ਪੋਜ਼ਿਟਿਵ ਸਟਾਪ ਲਾਸ ਜਿਹਨੂੰ ਮੈਂ ਕਹਿੰਦਾ ਆ, ਕਿ ਜੇ ਤੁਹਾਡਾ ਬੈਨੀਫਿਟ ਹੁੰਦਾ ਆ ਉਹਨੂੰ ਛੋਟੇ ਜਿਹੇ ਪ੍ਰੋਫਿਟ ਦੇ ਉੱਤੇ ਲਾ ਕੇ ਰੱਖ ਲਓ, ਦੈਨ ਐਟਲੀਸਟ ਜੇ ਉਹ ਟ੍ਰੇਡ ਬੰਦ ਵੀ ਹੋ ਗਿਆ ਨਾਓ ਐਂਡ ਇਹ ਤੁਹਾਨੂੰ ਥੋੜ੍ਹਾ ਬਹੁਤਾ ਪ੍ਰੋਫਿਟ ਦੇ ਕੇ ਜਾਏਗਾ। ਸੋ ਤਾਂ ਕਰਕੇ ਅਸੀਂ ਜਿਹੜੀ ਟ੍ਰੇਡਿੰਗ ਦੇ ਵਿੱਚ ਇੱਕ ਲੈਂਗੁਏਜ ਯੂਜ਼ ਕਰਦੇ ਹਾਂ ਕਿ ਜੇ ਕਿਸੇ ਨੇ ਟ੍ਰੇਡ ਕਰਨਾ ਹੈ ਤਾਂ ਤੁਸੀਂ ਵਿਹਲੇ ਬੈਠੇ ਕੰਪਿਊਟਰ ਦੇ ਮੂਹਰੇ ਆਪਣੇ ਟ੍ਰੇਡ ਦੇਖਦੇ ਪਏ ਆ, ਮੇਕ ਸ਼ੋਰ ਆਪਣੇ ਹੱਥ ਜਿਹੜੇ ਆਪਣੇ ਚਿਤੜਾ ਥੱਲੇ ਰੱਖ ਕੇ ਬਹਿਣਾ ਆ, ਨਹੀਂ ਤਾਂ ਤੁਸੀਂ ਆਲਵੇਜ਼ ਗੋਇੰਗ ਟੂ ਡੂ ਮਿਸਟੇਕਸ, ਆਲਵੇਜ਼ ਗੋਇੰਗ ਟੂ ਐਂਡ ਅਪ ਲੂਜ਼ਿੰਗ ਦ ਟ੍ਰੇਡ ਐਟ ਲੈਸ ਪ੍ਰੋਫਿਟ। ਨੈਕਸਟ ਹੁੰਦਾ ਫੋਰੈਕਸ ਸਪਰੈਡ ਬੈਟ। ਸਪਰੈਡ ਬੈਟਿੰਗ ਹੁੰਦੀ ਆ ਜਿੱਥੇ ਤੁਸੀਂ ਇੱਕ ਕੋਈ ਪ੍ਰੋਡਕਟ ਓਨ ਨਹੀਂ ਕਰਦੇ ਹੁੰਦੇ, ਤੁਹਾਡੇ ਕੋਲ ਕੋਈ ਓਨਰਸ਼ਿਪ ਨਹੀਂ ਉਸ ਐਸਟ ਦੀ ਹੈਗੀ, ਤੁਸੀਂ ਸਿਰਫ ਇੱਕ ਸਪੈਕੂਲੇਟ ਕਰਦੇ ਆ ਕਿ ਇਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਪ੍ਰਾਈਸ ਇਹਦੀ ਉੱਪਰ ਜਾਊਗੀ ਜਾਂ ਥੱਲੇ ਜਾਊਗੀ। ਸੋ ਉਹ ਜਦੋਂ ਜਿਹੜੀ ਬੈਟਿੰਗ ਹੁੰਦੀ ਆ ਉਹਨੂੰ ਤਾਂ ਹੀ ਅਸੀਂ ਉਹਨੂੰ ਸਪਰੈਡ ਬੈਟ ਕਹਿੰਦੇ ਆ। ਇੱਕ ਤਰ੍ਹਾਂ ਦਾ ਬੈਟ ਲਾਉਂਦੇ ਆ ਤੁਸੀਂ ਕਿ ਤੁਹਾਡਾ ਆਈਡੀਆ ਕੀ ਹੈ ਕਿ ਇਹਦੀ ਜਿਹੜੀ ਪ੍ਰਾਈਸ ਆ ਪਲੱਸ ਵਿੱਚ ਜਾਏਗੀ ਜਾਂ ਮਾਈਨਸ ਦੇ ਵਿੱਚ ਜਾਏਗੀ। ਸੋ ਉਹਦੇ ਫਿਊਚਰ ਡਾਇਰੈਕਸ਼ਨ ਜਿਹੜੀ ਉਹਦੀ ਪ੍ਰਾਈਸ ਦੀ ਦੇ ਕੇ ਤੁਸੀਂ ਇਹਦਾ ਟ੍ਰੇਡ ਓਪਨ ਕਰਦੇ ਆ। ਸੋ ਜੇ ਤੁਸੀਂ USA ਦੇ ਵਿੱਚ ਰਹਿੰਦੇ ਆ, ਸਪਰੈਡ ਬੈਟਿੰਗ ਇਲੀਗਲ ਹੈ USA ਦੇ ਵਿੱਚ। ਸੋ ਇਹਨੂੰ USA ਦੇ ਵਿੱਚ ਇਹਨੂੰ ਕੋਈ ਵੀ ਸਪਰੈਡ ਬੈਟਿੰਗ ਨੂੰ ਯੂਜ਼ ਨਹੀਂ ਕਰ ਸਕਦਾ, ਬਿਕੋਜ਼ ਇਟ ਕਲਾਸਡ ਐਜ਼ ਅ ਇੰਟਰਨੈਟ ਗੈਂਬਲਿੰਗ ਵਿਚ ਇਜ਼ ਕਰੰਟਲੀ ਫੋਰਬਿਡਨ। ਸੋ ਲਾਸਟ ਜਿਹੜੀ ਆ ਫੋਰੈਕਸ CFD ਆ, ਫੋਰੈਕਸ CFD ਜਿਹਦੇ 'ਚ ਇਹਨੂੰ ਕਹਿੰਦੇ ਹੁੰਦੇ ਆ ਕੰਟਰੈਕਟ ਆਫ ਡਿਫਰੈਂਸ, CFD। ਠੀਕ ਹੈ, CFD ਅਕਾਊਂਟਸ ਆਪਣੇ ਕੋਲ ਸਾਰਿਆਂ ਕੋਲ ਹੁੰਦੇ ਆ। ਤੁਸੀਂ ਕੋਈ ਵੀ ਇਨਵੈਸਟਮੈਂਟ ਪਲੇਟਫਾਰਮ ਯੂਜ਼ ਕਰਦੇ ਆ, ਮੋਸਟਲੀ ਸਾਰੇ ਪਲੇਟਫਾਰਮ ਦੇ ਵਿੱਚ CFD ਜਿਹੜਾ ਅਕਾਊਂਟ ਹੈ ਆਫਰ ਕੀਤਾ ਜਾਂਦਾ। ਇਹ ਲੀਵਰੇਜ ਅਕਾਊਂਟ ਹੁੰਦੇ ਆ ਇੱਕ ਤਰ੍ਹਾਂ ਨਾਲ। ਸੋ ਇਹਦੇ 'ਚ ਘੱਟ ਪੈਸੇ ਦੇ ਨਾਲ ਤੁਸੀਂ ਜ਼ਿਆਦਾ ਅਮਾਊਂਟ ਇਨਵੈਸਟ ਕਰ ਸਕਦੇ ਆ, ਜ਼ਿਆਦਾ ਪ੍ਰੋਡਕਟ ਦੇ ਵਿੱਚ ਇਨਵੈਸਟ ਕਰ ਸਕਦੇ ਆ। ਸੋ ਜਿੰਨਾ ਵੱਡੀ CFD ਲੀਵਰੇਜ ਹੋਊਗੀ ਤੁਹਾਡੇ ਅਕਾਊਂਟ ਦੇ ਵਿੱਚ, ਉਨਾ ਹੀ ਜ਼ਿਆਦਾ ਤੁਸੀਂ ਰਿਸਕ ਇਹਦੇ 'ਚ ਲੈਂਦੇ ਆ। ਸੋ ਇਹਦੇ 'ਚ ਇੱਦਾਂ ਹੁੰਦਾ ਕਿ ਸੇਮ ਜੋ ਆਪਾਂ ਐਵਰੀਡੇ ਟ੍ਰੇਡਿੰਗ ਕਰਦੇ ਹਾਂ ਕਿ ਅਸੀਂ ਸਪੈਕੂਲੇਟ ਕਰਦੇ ਹਾਂ ਕਿ ਅੱਜ ਇਸ ਕੰਟਰੀ ਦੇ ਵਿੱਚ ਆਹ ਫਿਗਰਸ ਆਉਣੀਆਂ, ਇਸ ਕੰਟਰੀ ਦੇ ਵਿੱਚ ਆਹ ਇਕਨੋਮਿਕ ਨਿਊਜ਼ ਆਉਣੀ ਆ, ਜਾਂ ਅੱਜ ਅਮਰੀਕਨ ਦੇ ਗੋਇੰਗ ਟੂ ਲਾਂਚ ਦੇ ਜੋਬਲੈਸ ਕਲੇਮਸ, ਜਾਂ ਉਹਨਾਂ ਨੇ ਕਿੰਨੀਆਂ ਜੋਬਾਂ ਬਣਾਈਆਂ ਆ ਅੱਜ ਕੰਟਰੀ ਦੇ ਵਿੱਚ ਲਾਂਚ ਹੋਣੀਆਂ। ਸੋ ਉਹਦੇ ਨਾਲ ਅਸੀਂ ਸਪੈਕੂਲੇਟ ਕਰਦੇ ਹਾਂ ਕਿ ਜੇ ਜੋਬ ਲੋਸਿਸ ਜ਼ਿਆਦਾ ਹੋਏ ਅਮਰੀਕਾ ਦੇ ਵਿੱਚ, ਮੀਨਸ ਉਹ ਡਾਲਰ ਵੀਕ ਹੋ ਜਾਣਾ। ਸੋ ਅਸੀਂ ਸਪੈਕੂਲੇਟ ਕਰਦੇ ਹਾਂ ਉਸ ਪ੍ਰਾਈਸ ਨੂੰ। ਜੇ ਜੋਬਾਂ ਦੀ ਗਿਣਤੀ ਵੱਧ ਗਈ, ਮੀਨਸ ਜ਼ਿਆਦਾ ਲੋਕੀ ਕੰਮ ਕਰਦੇ ਆ, ਤਾਂ ਉਹਦੇ ਨਾਲ ਹੁੰਦਾ ਕਿ ਸਾਨੂੰ ਡਾਲਰ ਸਟਰੋਂਗ ਹੋ ਜਾਣਾ। ਸੋ ਅਸੀਂ ਸਪੈਕੂਲੇਟ ਕਰਦੇ ਹਾਂ ਇੱਕ ਤਰ੍ਹਾਂ ਨਾਲ ਕਿ ਹਾਂ ਇੱਦਾਂ ਹੋ ਸਕਦਾ ਆ, ਪਰ ਅਸੀਂ ਟ੍ਰੇਡ ਉਦੋਂ ਹੀ ਖੇਲਦੇ ਹਾਂ, ਅਸੀਂ CFD ਅਕਾਊਂਟ ਉਦੋਂ ਹੀ ਯੂਜ਼ ਕਰਦੇ ਹਾਂ ਜਦੋਂ ਉਹ ਫਿਗਰਸ ਆ ਜਾਂਦੀਆਂ ਐਗਜ਼ੈਕਟ ਐਗਰੀ ਟਾਈਮ ਦੇ ਉੱਤੇ। ਤੇ ਦੈਨ ਉਹ ਜਿਹੜੀ 10-15 ਮਿੰਟ ਦੀ ਵੋਲੇਟਿਲਿਟੀ ਹੈ ਜਿੱਥੇ ਸਾਰੀ ਦੁਨੀਆ ਬੈਠੀ ਉਹਨਾਂ ਤਿੰਨਾਂ ਫਿਗਰਾਂ ਦੀ ਵੇਟ ਕਰ ਰਹੀ ਹੁੰਦੀ ਆ, ਤੇ ਉਦੋਂ ਉਸ ਵੋਲੇਟਿਲਿਟੀ ਦੇ ਅਸੀਂ ਅਗੇਂਸਟ ਜਾ ਕੇ ਉਹਨੂੰ ਪਲੱਸ ਔਰ ਮਾਈਨਸ ਦੇ ਵਿੱਚ ਬਾਏ ਜਾਂ ਸੈਲ ਕਰਕੇ ਅਸੀਂ ਆਪਣੇ ਪ੍ਰੋਫਿਟ ਬਣਾਉਂਦੇ ਹਾਂ। ਸੋ ਨੋਰਮਲੀ ਜਿਹੜੇ ਇੱਦਾਂ ਦੇ ਟ੍ਰੇਡਸ ਆ ਦੇ ਲਾਸਟ 15 to 20 ਮਿੰਟ ਮਾਰਕੀਟ ਦੀ ਵੋਲੇਟਿਲਿਟੀ ਜਿਹੜੀ ਹੁੰਦੀ ਆ, ਤੇ ਉਦੋਂ ਬਾਅਦ ਮਾਰਕੀਟ ਸੈਟਲ ਹੋ ਜਾਂਦੀ ਹੈ। ਜੇ ਤਾਂ ਬਹੁਤ ਜ਼ਿਆਦਾ ਸੀਰੀਅਸਲੀ ਫਿਗਰ ਆਈਆਂ ਆ, ਦੈਨ ਉਹ ਮਾਰਕੀਟ ਇਟ ਕੈਰੀ ਔਨ ਰੋਲਿੰਗ ਫॉर ਫਿਊ ਡੇਜ਼ ਸਮਟਾਈਮ। ਕਈ ਵਾਰ ਤੁਹਾਨੂੰ ਟ੍ਰੇਡ ਬਹੁਤ ਵੱਡੇ ਪ੍ਰੋਫਿਟ ਦੇ ਕੇ ਜਾਂਦੇ ਆ, ਤੇ ਸਮਟਾਈਮ ਇਟ ਕੈਨ ਟ੍ਰਿਗਰ ਸਟਾਪ ਲਾਸਿਸ ਵੈਰੀ ਕੁਇਕਲੀ ਐਜ਼ ਵੈਲ। ਤੋਂ ਤਾਂ ਹੀ ਇਹ ਬਹੁਤ ਇੰਪੋਰਟੈਂਟ ਹੁੰਦਾ ਆ ਜਿਹੜੀ ਵੋਲੇਟਿਲਿਟੀ ਦੇ ਵਿੱਚ ਅਸੀਂ ਟ੍ਰੇਡਿੰਗ ਕਰਦੇ ਹਾਂ, ਅਸੀਂ ਇੰਪੋਰਟੈਂਟ ਹੁੰਦਾ ਕਿ ਸਾਡੇ ਕੋਲ ਉਹ ਟਾਈਮ 15-20 ਮਿੰਟ, ਅੱਧਾ ਘੰਟਾ ਘੱਟੋ ਘੱਟ ਸਾਡੇ ਕੋਲ ਫ੍ਰੀ ਹੋਣਾ ਚਾਹੀਦਾ ਆ, ਤਾਂ ਕਿ ਅਸੀਂ ਆਪਣੇ ਟ੍ਰੇਡ ਸੈੱਟ ਕਰ ਸਕੀਏ, ਤੇ ਤਾਂ ਕਿ ਅਸੀਂ ਆਪਣੇ ਆਪ ਨੂੰ ਉੱਥੇ ਅਵੇਲੇਬਲ ਕਰ ਸਕੀਏ ਜਦੋਂ ਸਾਨੂੰ ਲੱਗਦਾ ਆ ਕਿ ਦੈਟਸ ਇਟ, ਮਾਰਕੀਟ ਦੀ ਵੋਲੇਟਿਲਿਟੀ ਖਤਮ ਹੋ ਗਈ ਆ, ਹੁਣ ਅਸੀਂ ਇਹਨੂੰ ਪ੍ਰੋਫਿਟ ਲੈ ਲਈਏ, ਇਸ ਤੋਂ ਪਹਿਲਾਂ ਮਾਰਕੀਟ ਦੁਆਰਾ ਥੱਲੇ ਰੀਐਡਜਸਟ ਹੋਣ ਲੱਗ ਪਵੇ। ਸੋ ਜਿਹੜੀ ਸਾਰਿਆਂ ਨੂੰ ਵੱਡੀ ਬਿਊਟੀ ਹੁੰਦੀ ਹੈ ਇਸ ਚੀਜ਼ ਦੇ ਵਿੱਚ, ਇਹ ਹੁੰਦੀ ਹੈ ਕਿ ਤੁਸੀਂ ਦੋਨਾਂ ਪਾਸੇ ਹੀ ਟ੍ਰੇਡ ਕਰ ਸਕਦੇ ਆ।
ਤੁਸੀਂ ਪਲੱਸ ਦੇ ਵਿੱਚ ਵੀ ਉਹਨੂੰ ਟ੍ਰੇਡ ਕਰ ਸਕਦੇ ਜੇ ਕੋਈ ਕਰੰਸੀ ਵੱਧਦੀ ਵੀ ਹੈ, ਤੇ ਮਾਈਨਸ ਦੇ ਵਿੱਚ ਵੀ ਟ੍ਰੇਡ ਕਰ ਸਕਦੇ ਜੇ ਕੋਈ ਕਰੰਸੀ ਘਟਦੀ ਪਈ ਆ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਨੂੰ ਸਪੈਕੂਲੇਟ ਜਾਂ ਉਹ ਇਕੋਨਮੀ ਦੇ ਹਿਸਾਬ ਨਾਲ ਤੁਹਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਮਾਰਕੀਟ ਕੀ, ਹਾਊ ਡਜ਼ ਮਾਰਕੀਟ ਰਿਐਕਟ, ਤੇ ਅਸੀਂ ਇਹਦੇ ਵਿੱਚ ਕਿੱਦਾਂ ਪੈਸਾ ਬਣਾਉਣਾ। ਸੋ ਇਹਦੇ ਵਿੱਚ ਇੱਦਾਂ ਹੁੰਦਾ ਕਿ ਚਾਹੇ ਕਿਸੇ ਕੰਪਨੀ ਦੇ ਸ਼ੇਅਰਸ ਆ, ਚਾਹੇ ਕਿਸੇ ਕੰਪਨੀ ਦੇ ਚਾਹੇ ਕੋਈ ETF ਆ, ਚਾਹੇ ਕੋਈ ਕਮੋਡਿਟੀਜ਼ ਆ, ਜਦੋਂ ਸਾਨੂੰ ਪਤਾ ਹੁੰਦਾ ਕਿ ਹੁਣ USA ਦੀਆਂ ਫਿਊਲ ਦੀਆਂ ਜਿਹੜੀਆਂ ਫਿਗਰਾਂ ਆ ਉਹ ਆ ਗਈਆਂ, ਤੇ ਉਹਨਾਂ ਦੀ ਜਿਹੜੀ ਇਨਵੈਂਟਰੀ ਆ ਬਹੁਤ ਜ਼ਿਆਦਾ ਆ, ਉਹਨਾਂ ਨੂੰ ਲੋੜ ਤੋਂ ਜ਼ਿਆਦਾ ਇਨਵੈਂਟਰੀ ਆ, ਮਤਲਬ ਉਹਨਾਂ ਕੋਲ ਸਟਾਕ ਪਾਈਲ ਜਿਹੜਾ ਤੇਲ ਦਾ ਜ਼ਿਆਦਾ ਪਿਆ ਆ, ਜਿਹੜਾ ਉਹਨਾਂ ਦੀ ਜਿਹੜੀ ਲਿਮਿਟਡ ਸੈੱਟ ਕੀਤੀ ਹੁੰਦੀ ਆ, ਉਹਦੇ ਨਾਲ ਇਹ ਹੁੰਦਾ ਕਿ ਉਹ ਸਪੈਕੂਲੇਟ ਹੋ ਜਾਂਦਾ ਕਿ ਮਤਲਬ ਫਿਊਲ ਦੀ ਡਿਮਾਂਡ ਨਹੀਂ ਹੈਗੀ ਮਾਰਕੀਟ ਦੇ ਵਿੱਚ, ਤੋਂ ਅਸੀਂ ਉਹ ਐਕਚੁਅਲੀ ਸੈਲ ਕਰਦੇ ਆ ਫਿਊਲ ਨੂੰ। ਉੱਥੇ ਸੈਲ ਕਰਨ ਦੇ ਨਾਲ ਇਹ ਹੁੰਦਾ ਕਿ ਉਹਦੀਆਂ ਸਾਨੂੰ ਪਤਾ ਹੁੰਦਾ ਕਿ ਇਹਦੀਆਂ ਪ੍ਰਾਈਜ਼ਾਂ ਹੁਣ ਡਿੱਗਣੀਆਂ ਆ, ਬਿਕੋਜ਼ ਦੇਰ ਇਜ਼ ਨੋ ਡਿਮਾਂਡ ਇਨ ਦਾ ਮਾਰਕੀਟ। ਤਾਂ ਫਿਊਲ ਦੀ ਪ੍ਰਾਈਸ ਡਿੱਗਦੀ ਆ, ਤਾਂ ਤੁਸੀਂ ਸੈਲ ਕਰਕੇ ਫਿਊਲ ਨੂੰ ਘਾਟਾ ਪਾ ਕੇ ਤੁਸੀਂ ਆਪਣਾ ਪ੍ਰੋਫਿਟ ਬਣਾਉਂਦੇ ਆ। ਤੇ ਜਦੋਂ ਸੇਮ ਟਾਈਮ ਉਹ ਇਨਵੈਂਟਰੀਜ਼ ਜਿਹੜੀਆਂ ਆ ਘਟ ਜਾਂਦੀਆਂ, ਮੀਨਸ ਜਿੰਨੀ USA ਨੂੰ ਮਿਨੀਮਮ ਇਨਵੈਂਟਰੀ ਚਾਹੀਦੀਆਂ ਆ, ਉਹਨਾਂ ਕੋਲ ਸਟਾਕ ਬਹੁਤ ਘਟ ਗਿਆ, ਇਹਦਾ ਮਤਲਬ ਇਹ ਹੋ ਗਿਆ ਕਿ ਅਮਰੀਕਾ ਦੇ ਵਿੱਚ ਫਿਊਲ ਦੀ ਡਿਮਾਂਡ ਵੱਧ ਗਈ ਆ। ਸੋ ਅਸੀਂ ਉਹਨੂੰ ਬਾਏ ਕਰ ਲੈਂਦੇ ਫਿਊਲ ਨੂੰ, ਮੀਨਸ ਉਹਦੀਆਂ ਪ੍ਰਾਈਜ਼ਾਂ ਵਧਣ ਦੇ ਨਾਲ, ਮਹਿੰਗਾਈ ਹੋਣ ਦੇ ਨਾਲ ਅਸੀਂ ਫੇਰ ਵੀ ਆਪਣਾ ਪ੍ਰੋਫਿਟ ਬਣਾਉਂਦੇ ਆ। ਸੋ ਇਹ ਆ ਬਿਊਟੀ ਜਿਹੜੀ CFD ਅਕਾਊਂਟਸ ਦੀ ਆ, ਫੋਰੈਕਸ ਨੂੰ CFD ਦੇ ਥਰੂ ਕਰਨ ਦੀ, ਕਿ ਤੁਸੀਂ ਦੋਨਾਂ ਹੀ ਪਾਸਿਆਂ ਤੋਂ ਪ੍ਰੋਫਿਟ ਬਣਾ ਸਕਦੇ ਆ ਜਸਟ ਯੂਜ਼ਿੰਗ ਦਿਸ ਵਨ। ਸੋ ਇਹ ਸੀ ਟੋਟਲ ਜਿੰਨਾ ਵੀ ਮੈਂ ਕਵਰ ਕਰ ਸਕਦਾ ਸੀ ਫੋਰੈਕਸ ਬਾਰੇ, ਡਿਫਰੈਂਟ ਵੇਰੀਏਸ਼ਨਸ ਜਿਹੜੀਆਂ ਇਹਨਾਂ ਦੀ ਟ੍ਰੇਡ ਕਰਨ ਦੇ ਤਰੀਕੇ ਹੁੰਦੇ ਆ। ਮੋਸਟਲੀ ਜਿਹੜੇ ਆਪਾਂ ਜਿਹੜੇ ਐਵਰੇਜ ਟ੍ਰੇਡਰ, ਜਿਹੜੇ ਛੋਟੇ ਟ੍ਰੇਡਰ ਹੁੰਦੇ ਆ, ਅਸੀਂ ਜ਼ਿਆਦਾ CFD ਹੀ ਯੂਜ਼ ਕਰਦੇ ਆ। ਫਾਈਨੈਂਸ਼ੀਅਲ ਇੰਸਟੀਟਿਊਟਸ ਦੇ ਯੂਜ਼ ਰਿਟੇਲ, ਦੇ ਯੂਜ਼ ਹੋਲਸੇਲ, ਦੇ ਯੂਜ਼ ਅਦਰ ਡਿਫਰੈਂਟ ਮੈਥਡ ਆਫ ਬਾਇੰਗ ਦ ਕਰੰਸੀ। ਪਰ ਸਾਡੇ ਲਈ ਜਿਹੜੀ ਮੇਨ ਚੀਜ਼ ਲੋੜ ਹੁੰਦੀ ਆ ਲਰਨ ਕਰਨ ਲਈ, CFD ਹੁੰਦੀ ਆ। ਤੇ ਅਸੀਂ ਦੋ ਪੇਅਰਸ ਨੂੰ ਕਿੱਦਾਂ ਕੰਪੇਅਰ ਕਰਨਾ, ਕਈ ਵਾਰ ਬਹੁਤ ਸਾਰੇ ਜਿਹੜੇ ਟ੍ਰੇਡ ਕਰਦੇ ਹੁੰਦੇ ਉਹਨਾਂ ਦੀ ਫੇਵਰੇਟ ਪੇਅਰਸ ਹੁੰਦੀਆਂ, ਜਦੋਂ ਮੇਰੀ ਫੇਵਰੇਟ ਪੇਅਰ ਆਲਵੇਜ਼ ਹੁੰਦੀ ਆ USD GBP ਜਾਂ GBP ਯੂਰੋ ਤੇ USD ਯੂਰੋ। ਸੋ ਉਹਦੇ ਨਾਲ ਇਹ ਹੁੰਦਾ ਕਿ ਮੈਨੂੰ ਕਿਉਂਕਿ ਜ਼ਿਆਦਾ ਨੌਲੇਜ ਰਹਿੰਦੀ ਆ ਕਿ ਅਮਰੀਕਾ ਦੇ ਵਿੱਚ ਕੀ ਹੋ ਰਿਹਾ, ਇੰਗਲੈਂਡ ਦੇ ਵਿੱਚ ਕੀ ਹੋ ਰਿਹਾ, ਯੂਰਪ ਦੇ ਵਿੱਚ ਕੀ ਹੋ ਰਿਹਾ। ਸੋ ਫੇਵਰੇਟ ਪੇਅਰ ਇੱਦਾਂ ਬਣ ਜਾਂਦੀ ਕਿ ਸਾਨੂੰ ਸਪੈਕੂਲੇਸ਼ਨ ਦਿਮਾਗ ਦੇ ਵਿੱਚ ਐਵਰੇਜ ਆਈਡੀਆ ਹੋ ਜਾਂਦਾ ਕਿ ਅੱਜ ਕੀ ਹੋ ਸਕਦਾ ਆ ਫਿਗਰਸ ਰਿਲੀਜ਼ ਦੇ ਨਾਲ। ਲਾਸਟ 5-6 ਵਾਰੀ ਜਿਹੜੀਆਂ ਫਿਗਰਸ ਰਿਲੀਜ਼ ਹੋਈਆਂ ਆ, ਇਹਨਾਂ ਦੀਆਂ ਜਿਹੜੀਆਂ ਨੰਬਰ ਰਿਲੀਜ਼ ਹੋਏ ਆ ਉਹ ਕਿੱਦਾਂ ਦੇ ਰਹੇ ਆ, ਤੇ ਇਹਦੇ ਕੀ ਐਕਸਪੈਕਟੇਸ਼ਨਸ ਆ। ਕਈ ਵਾਰ ਇੱਦਾਂ ਦੇ ਟ੍ਰੇਡ ਅਸੀਂ ਅਰਲੀ ਖੋਲ੍ਹ ਲੈਂਦੇ ਆ ਕਿਉਂਕਿ ਸਾਨੂੰ ਡੈਫੀਨੇਟਲੀ ਸ਼ੋਰ ਹੁੰਦਾ ਆ ਕਿ ਇੱਦਾਂ ਹੋਣਾ ਹੀ ਹੋਣਾ ਆ। ਪਰ ਦੈਨ ਦਿਸ ਕਾਈਂਡ ਆਫ ਐਕਸਪੀਰੀਅੰਸ ਕਮਸ ਵਿਦ ਦ ਟਾਈਮ। ਤੁਸੀਂ ਟਾਈਮ ਦੇ ਨਾਲ ਇਹ ਚੀਜ਼ ਦਾ ਐਕਸਪੀਰੀਅੰਸ ਤੁਹਾਨੂੰ ਆਉਂਦਾ ਆ, ਜਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਨੂੰ ਵੇਟ ਵੀ ਨਹੀਂ ਕਰਨੀ ਪੈਂਦੀ ਕਿ ਮਾਰਕੀਟ ਕਿੱਧਰ ਨੂੰ ਵੋਲੇਟਾਈਲ ਹੋਣੀ ਹੈ। ਐਂਡ ਟਰਸਟ ਮੀ, ਵਨ ਥਿੰਗ ਮੈਂ ਤੁਹਾਨੂੰ ਦੱਸ ਦਿੰਦਾ, ਮਾਰਕੀਟ ਕਿਸੇ ਦੀ ਸਕੀ ਨਹੀਂ ਹੈਗੀ। ਕਈ ਵਾਰ ਫਿਗਰਸ ਪੋਜ਼ਿਟਿਵ ਹੁੰਦੀਆਂ ਪਰ ਮਾਰਕੀਟ ਉਲਟਾ ਰਿਐਕਟ ਕਰਦੀ ਆ। ਸੋ ਇਹ ਵੀ ਪੋਸੀਬਿਲਿਟੀ ਹੁੰਦੀ ਹੈ, ਕਈ ਵਾਰ ਤੁਸੀਂ ਓਵਰ ਕੌਨਫੀਡੈਂਟ ਹੋ ਜਾਂਦੇ ਹੋ, ਤੁਸੀਂ ਵੱਡੇ ਟ੍ਰੇਡ ਖੋਲ ਕੇ ਬਹਿ ਜਾਂਦੇ ਆ ਤੇ ਮਾਰਕੀਟ ਐਕਚੁਅਲੀ ਕੰਪਲੀਟਲੀ ਰਿਐਕਟ ਆਪੋਜ਼ਿਟਲੀ। ਐਂਡ ਲਾਸਟ ਫਿਊ ਮੰਥਸ ਇਹ ਮਾਰਕੀਟ ਦੇ ਨਾਲ ਬਹੁਤ ਵਾਰੀ ਹੋ ਚੁੱਕਾ, ਐਂਡ ਦਿਸ ਇਜ਼ ਨਾਟ ਸਮਥਿੰਗ ਨਿਊ। ਤੇ ਇਸੇ ਕਰਕੇ ਬਹੁਤ ਜ਼ਿਆਦਾ ਓਵਰ ਕੌਨਫੀਡੈਂਟ ਨਹੀਂ ਮਾਰਕੀਟ ਦੇ ਵਿੱਚ ਬਣੀਦਾ ਹੁੰਦਾ। ਨਵੇਂ ਆ ਤਾਂ ਟਰਾਈ ਕਰਿਆ ਕਰੋ ਕਿ ਵੇਟ ਕਰਨ ਦੀ ਫਿਗਰਸ ਨੂੰ, ਮਾਰਕੀਟ ਨੂੰ 5 ਮਿੰਟ ਉਹਨੂੰ ਮਾਰਕੀਟ ਨੂੰ ਟਾਈਮ ਦਿਓ, ਉਹਨੂੰ ਉਹਦੀ ਡਾਇਰੈਕਸ਼ਨ ਦੇਖੋ, ਦੈਨ ਪਲੇਸ ਯੋਰ ਟ੍ਰੇਡਸ ਐਂਡ ਡੋਂਟ ਓਪਨ ਬਿਗ ਟ੍ਰੇਡਸ। Try to open minimum trades as possible and stay in that habit or stay in that limit until you become really expert person. ਜਿੰਨਾ ਚਿਰ ਤੁਸੀਂ expert person ਨਹੀਂ ਬਣ ਜਾਂਦੇ, do not take a risk, do not overdo things, otherwise ਤੁਸੀਂ ਆਪਣਾ ਅਕਾਊਂਟ ਬਲੋ ਸਕਿੰਟਾਂ ਦੇ ਵਿੱਚ ਕਰ ਦੇਣਾ। ਸੋ ਆਈ ਹੋਪ ਮੇਰੀ ਇਨਫੋਰਮੇਸ਼ਨ ਤੁਹਾਡੀ ਹੈਲਪ ਕਰੂਗੀ, ਤੇ ਨੈਕਸਟ ਜਿਹੜਾ ਚੈਪਟਰ ਹੈ ਉਹ ਇਹ ਤੋਂ ਵੀ ਇੰਟਰਸਟਿੰਗ ਆ। ਤੇ see you guys soon. Thank you.